ਬਚਿੰਤ ਕੌਰ ਦੀ ਸਵੈ ਜੀਵਨੀ ਪੱਗ ਡੰਡੀਆਂ ਦਾ ਅਗਲਾ ਭਾਗ ਹੈ ਕੂੜਾ ਸੌਦਾ। ਅੰਬੈਸਡਰ ਹੋਟਲ ਤੋਂ ਮੈਨੂੰ 1 ਹਫ਼ਤੇ ਦੇ ਅੰਦਰ ਅੰਦਰ ਇੰਟਰਵਿਊ ਕਾਲ ਆ ਗਈ, ਪਰ ਮੈਂ ਜਦੋਂ ਇੰਟਰਵਿਊ ਦੇਣ ਗਈ ਤਾਂ ਉੱਥੇ ਤਾਂ ਸਾਰੀਆਂ ਹੀ ਕੁੜੀਆਂ ਬਹੁਤ ਅਮੀਰ ਘਰਾਂ ਤੋਂ ਆਈਆਂ ਹੋਈਆਂ ਸਨ, ਜਿਨ੍ਹਾਂ 'ਚੋਂ ਕਈਆਂ ਨੇ ਸਕਰਟ ਬਲਾਊਜ਼ ਪਹਿਨ ਰੱਖੇ ਸਨ ਅਤੇ ਕਈਆਂ ਨੇ ਉੱਚੀ ਅੱਡੀ ਵਾਲੇ ਸੈਂਡਲਾਂ ਨਾਲ ਮਹੀਨ ਕੀਮਤੀ ਸਾੜੀਆਂ ਪਾਈਆਂ ਸਨ। ਇਹਨਾਂ ਸਾੜੀਆਂ ਵਿੱਚ ਉਹਨਾਂ ਦਾ ਗੋਰਾ ਅਤੇ ਗੁੰਦਵਾਂ ਬਦਨ ਉਘੜ ਰਿਹਾ ਸੀ ਅਤੇ ਉਹਨਾਂ ਵਿੱਚੋਂ ਕਈ ਤਾਂ ਇਉਂ ਪਟਾਕ ਪਟਾਕ ਅੰਗਰੇਜ਼ੀ ਬੋਲਣ ਜਿਵੇਂ ਉਹ ਵਲੈਤ 'ਚ ਜੰਮੀਆਂ ਹੋਣ। ਉਹਨਾਂ ਨੂੰ ਵੇਖ ਕੇ ਮੈਂ ਆਪਣੀ ਰੈਗਲਨ ਸਲੀਵ ਦੀ ਬੂਟੀਦਾਰ ਕਮੀਜ਼ ਅਤੇ ਚਿੱਟੀ ਸਲਵਾਰ ਵੱਲ ਝਾਤ ਮਾਰੀ। ਉੱਤੋਂ ਮੇਰੇ ਚਿਹਰੇ ਦਾ ਨਕਸ਼ਾ ਅਜੇ ਤੱਕ ਉਂਝ ਦਾ ਉਂਝ ਪਾਟਿਆ ਪਿਆ ਸੀ। ਇੰਨੀ ਛੇਤੀ ਭਲਾ ਘਾਓ ਕਿਵੇਂ ਭਰਦੇ ਨੇ। ਅੰਗਰੇਜ਼ੀ ਤਾਂ ਮੈਨੂੰ ਉਦੋਂ ਯੈਸ ਅਤੇ ਨੋ ਤੱਕ ਹੀ ਆਉਂਦੀ ਸੀ, ਪਰ ਮੈਂ ਆਪਰੇਟਰ ਰਹਿ ਚੁੱਕੀ ਸੀ, ਇਸ ਕਰਕੇ ਟੈਲੀਫੋਨ ਐਕਸਚੇਂਜ 'ਚ ਵਰਤੇ ਜਾਣ ਵਾਲੇ ਕੁਝ ਫਿਕਰੇ ਬਹੁਤ ਚੰਗੀ ਤਰ੍ਹਾਂ ਬੋਲ ਸਕਦੀ ਸੀ, ਜਿਵੇਂ ਯੈਸ ਪਲੀਜ਼, ਨੰਬਰ ਪਲੀਜ਼, ਵਿਚ ਨੰਬਰ ਹੈਵ ਯੂ ਡਾਇਲ, ਵਿਚ ਨੰਬਰ ਯੂ ਵਾਂਟ ਆਦਿ। ਇਹ ਵੈਕੈਂਸੀ ਟੈਲੀਫੋਨ ਆਪਰੇਟਰ ਕਮ ਰਿਸੈਪਸ਼ਨਿਸਟ ਦੀ ਸੀ ਅਤੇ ਉੱਤੋਂ ਅੰਬੈਸਡਰ ਹੋਟਲ 'ਚ, ਜਿੱਥੇ ਉਹਨਾਂ ਦਿਨਾਂ 'ਚ ਬਹੁਤਾ ਕਰਕੇ ਵਿਦੇਸ਼ੀ ਲੋਕ ਹੀ ਆ ਕੇ ਠਹਿਰਦੇ ਸਨ, ਸੋ ਮੈਂ ਕਿਸੇ ਵੀ ਹਾਲ ਇੱਥੇ ਸਿਲੈਕਟ ਨਹੀਂ ਸੀ ਹੋ ਸਕਦੀ। ਇੰਟਰਵਿਊ ਬੋਰਡ ਦੇ ਸਾਰੇ ਬੰਦੇ ਅੰਗਰੇਜ਼ੀ ਬੋਲ ਰਹੇ ਸਨ। ਗੱਲ ਉਹੀ ਹੋਈ ਜਿਹਦਾ ਮੈਨੂੰ ਡਰ ਸੀ। ਇਸ ਨੌਕਰੀ ਦੇ ਮੈਂ ਕਿਸੇ ਵੀ ਤਰੀਕੇ ਨਾਲ ਕਾਬਲ ਨਹੀਂ ਸੀ। ਮੈਨੂੰ ਤਾਂ ਸਿਰਫ PBX ਦਾ ਬੋਰਡ ਹੀ ਅਟੈਂਡ ਕਰਨਾ ਆਉਂਦਾ ਸੀ, ਉੱਥੇ ਤਾਂ ਹੋਰ ਵੀ ਬਹੁਤ ਕੁਝ ਚਾਹੀਦਾ ਸੀ ਜੋ ਮੇਰੇ 'ਚ ਨਹੀਂ ਸੀ। ਸੋ ਮੈਂ ਪਿੱਛੋਂ 1965 ਤੱਕ ਨੌਕਰੀ ਲਈ ਉਹ ਧੱਕੇ ਖਾਧੇ ਕਿ ਰਹੇ ਰੱਬ ਦਾ ਨਾਂ। ਵੀਰ ਧਨੀ ਰਾਮ ਰੋਜ਼ ਅਖਬਾਰਾਂ ਦੀਆਂ ਕਟਿੰਗਸ ਲਿਆਉਂਦੇ, ਅਰਜ਼ੀਆਂ ਲਿਖਵਾਉਂਦੇ ਅਤੇ ਮੈਥੋਂ ਦਸਖਤ ਕਰਵਾ ਕੇ ਆਪ ਹੀ ਪੋਸਟ ਕਰ ਦਿੰਦੇ, ਪਰ ਕਿਧਰੇ ਕੋਈ ਗੱਲ ਨਾ ਬਣਦੀ। ਬਹੁਤ ਦੇਰ ਸੜਕਾਂ 'ਤੇ ਜੁੱਤੀਆਂ ਘਸਾਉਣ ਪਿੱਛੋਂ ਫਿਰ ਮੈਨੂੰ ਰਾਜਪੁਰ ਰੋਡ ਉੱਤੇ ਇਨਕਮ ਟੈਕਸ ਦੇ ਦਫ਼ਤਰ 'ਚ ਬਣੀ ਪ੍ਰਾਈਵੇਟ ਕੈਂਟੀਨ 'ਚ 100 ਰੁਪਏ ਮਹੀਨਾ ਦੀ ਨੌਕਰੀ ਮਿਲ ਗਈ। ਚਾਹ ਰੋਟੀ ਉੱਥੇ ਹੀ ਮਿਲਦੀ ਸੀ, ਪਰ ਇਹ ਥਾਂ ਮੇਰੇ ਘਰ R ਬਲਾਕ ਰਜਿੰਦਰਾ ਨਗਰ ਤੋਂ ਬਹੁਤ ਦੂਰ ਸੀ, ਜਿੱਥੇ ਸਾਡੀਆਂ ਝੌਂਪੜੀਆਂ ਸਨ। 2-3 ਬੱਸਾਂ ਬਦਲ ਕੇ ਮੈਨੂੰ ਜਾਣਾ ਪੈਂਦਾ ਸੀ, ਪਰ ਮਰਦੀ ਕੀ ਨਾ ਕਰਦੀ, ਵੋਟਾਂ ਬੱਚਿਆਂ ਦੇ ਮੂੰਹ ਝੋਗਾ ਤਾਂ ਪਾਉਣਾ ਹੀ ਸੀ। 100 ਰੁਪਏ ਤਨਖਾਹ ਵਿੱਚੋਂ 20 ਰੁਪਏ ਕਿਰਾਏ ਦੇ ਲੱਗ ਜਾਂਦੇ, ਬਚਦਾ ਕੀ ਸੀ? ਮੁਸ਼ਕਿਲ ਨਾਲ 75-80 ਰੁਪਏ ਮਹੀਨਾ। ਕਿਵੇਂ ਨਾ ਕਿਵੇਂ ਕਰਕੇ ਮੈਂ ਇੱਕ ਟੁੱਟਿਆ ਜਿਹਾ ਇੱਕ ਲੇਡੀ ਸਾਈਕਲ ਖਰੀਦ ਲਿਆ ਅਤੇ ਰਜਿੰਦਰ ਨਗਰ ਤੋਂ ਰਾਜਪੁਰ ਰੋਡ ਤੱਕ ਸਾਈਕਲ ਉੱਤੇ ਜਾਣ ਲੱਗ ਪਈ ਅਤੇ ਮੇਰੇ 25-30 ਰੁਪਏ ਬਚਣ ਲੱਗੇ। ਇੱਕ ਦਿਨ ਮੈਂ ਪੂਸਾ ਰੋਡ ਪਾਰ ਕਰਕੇ ਲਿੰਕ ਰੋਡ 'ਤੇ ਅਜੇ ਪਹੁੰਚੀ ਸੀ ਕਿ ਟ੍ਰੈਫਿਕ ਸਿਪਾਹੀ ਨੇ ਮੇਰਾ 5 ਰੁਪਏ ਦਾ ਚਲਾਨ ਕੱਟ ਦਿੱਤਾ। ਮੇਰੀ ਜੇਬ 'ਚ ਇੱਕ ਅਠਿਆਨੀ ਤੋਂ ਵੱਧ ਹੋਰ ਇੱਕ ਪਾਈ ਵੀ ਨਹੀਂ ਸੀ। ਮੈਂ ਪੈਸੇ ਕਰਨੇ ਵੀ ਕੀ ਹੁੰਦੇ ਸੀ। ਚਾਹ ਅਤੇ ਦੁਪਹਿਰ ਦੀ ਰੋਟੀ ਤਾਂ ਮੈਨੂੰ ਕੈਂਟੀਨ 'ਚੋਂ ਹੀ ਮਿਲਦੀ ਸੀ। ਮੈਂ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਬਹੁਤ ਕਿਹਾ, ਮੇਰਾ ਚਲਾਨ ਨਾ ਕਰੋ, ਮੇਰੇ ਕੋਲ ਪੈਸੇ ਨਹੀਂ ਹੈ, ਪਰ ਉਹ ਭਲਾ ਕਿਵੇਂ ਮੰਨਣ। ਸਾਈਕਲ ਆਪਣੇ ਕਬਜ਼ੇ 'ਚ ਕਰਕੇ ਬਹਿ ਗਏ। ਮੈਂ ਪੂਰੇ 2-2.5 ਘੰਟਾ ਸੜਕ 'ਤੇ ਖੜ੍ਹੀ ਰਹੀ, ਮਿੰਨਤਾਂ ਕਰਦੀ ਰਹੀ ਕਿ ਉਹ ਮੈਨੂੰ ਸਾਈਕਲ ਵਾਪਸ ਕਰ ਦੇਣ। ਮੇਰੇ ਕੋਲ ਪੈਸੇ ਨਹੀਂ ਹਨ, ਪਰ ਉਹ ਤਾਂ ਮੈਨੂੰ ਖੱਜਲ ਕਰਨ 'ਤੇ ਤੁਲੇ ਹੋਏ ਸੀ, ਭਾਂਤ-ਭਾਂਤ ਦੀਆਂ ਗੱਲਾਂ ਕਰਨ। ਮੈਂ ਰੋਣ ਹੱਕੀ ਜਿਹੀ ਸੜਕ 'ਤੇ ਆਉਂਦੀ ਜਾਂਦੀ ਭੀੜ ਨੂੰ ਅੱਖਾਂ ਫਾੜ-ਫਾੜ ਦੇਖ ਰਹੀ ਸੀ। ਅੰਤ ਸਾਡਾ ਇੱਕ ਪੁਰਾਣਾ ਦੇਵਨਗਰ 'ਚ ਰਹਿੰਦਾ ਗੁਆਂਢੀ ਕੇਸ਼ੋ ਉੱਥੋਂ ਦੀ ਲੰਘਦਾ ਮੈਨੂੰ ਨਜ਼ਰੀ ਪਿਆ। ਮੈਂ ਉਹਨੂੰ ਹੱਥ ਦੇ ਇਸ਼ਾਰੇ ਨਾਲ ਰੋਕਿਆ ਅਤੇ ਆਪਣੀ ਸਾਰੀ ਮਜਬੂਰੀ ਦੱਸੀ। ਉਹਨੇ ਟ੍ਰੈਫਿਕ ਪੁਲਿਸ ਵਾਲੇ ਨੂੰ ਕਹਿ ਕਹਾ ਕੇ ਮੈਨੂੰ ਸਾਈਕਲ ਦਿਵਾ ਦਿੱਤੀ, ਪਰ ਮੈਂ ਉਸ ਦਿਨ ਇਨਕਮ ਟੈਕਸ ਦੇ ਦਫ਼ਤਰ ਜਾਣ ਦੀ ਬਜਾਏ ਆਪਣੇ ਘਰ ਨੂੰ ਮੁੜ ਆਈ ਅਤੇ ਆਪਣੀ ਝੁੱਗੀ 'ਚ ਆ ਕੇ ਬਿਮਾਰ ਪਈ ਮਾਂ ਦੇ ਗਲ ਨੂੰ ਚਿੰਬੜ ਕੇ ਰੱਜ-ਰੱਜ ਕੇ ਉੱਚੀ-ਉੱਚੀ ਰੋਈ। ਦੂਜੇ ਦਿਨ ਰਾਜਪੁਰ ਰੋਡ ਇਨਕਮ ਟੈਕਸ ਦੇ ਦਫ਼ਤਰ 'ਚ ਜਾਣ ਨੂੰ ਮੇਰੀ ਵੱਡੀ ਰੂਹ ਨਾ ਕੀਤੀ, ਪਰ ਤੀਜੇ ਦਿਨ ਜਾਣਾ ਹੀ ਪਿਆ। ਇਹ ਨੌਕਰੀ ਮੈਨੂੰ 7-8 ਮਹੀਨੇ ਲਗਾਤਾਰ ਕਰਨੀ ਪਈ। ਮੀਂਹ ਜਾਏ, ਹਨੇਰੀ ਜਾਏ, ਮੈਂ ਟੁੱਟੇ ਜਿਹੇ ਸਾਈਕਲ ਦੇ ਪੈਡਲ ਮਾਰਦੀ ਦਿੱਲੀ ਦੀਆਂ ਭੀੜ ਭਰੀਆਂ ਸੜਕਾਂ ਉੱਤੋਂ ਬਚਦੀ ਬਚਾਉਂਦੀ ਆਪਣੀ ਡਿਊਟੀ 'ਤੇ ਪਹੁੰਚ ਜਾਂਦੀ। 1965 ਨੂੰ ਜਨਵਰੀ ਮਹੀਨੇ IASRI ਇੰਡੀਅਨ ਐਗਰੀਕਲਚਰ ਸਟੈਟਿਕਸ ਰਿਸਰਚ ਇੰਸਟੀਚਿਊਟ ਵਾਲਿਆਂ ਨੇ ਫਿਰ ਇੰਪਲਾਇਮੈਂਟ ਤੋਂ 20-25 ਕੀ ਪੰਚ ਆਪਰੇਟਰ ਮੰਗੀਆਂ। ਧਨੀ ਰਾਮ ਜੀ ਫਿਰ ਮੈਨੂੰ ਇਹ ਖਬਰ ਦੇਣ ਲਈ ਸਾਡੇ ਘਰ ਆਏ ਅਤੇ ਉਹਨਾਂ ਨੇ ਮੈਨੂੰ ਪੂਰਾ ਯਕੀਨ ਦਿਵਾਇਆ ਕਿ ਐਤਕੀਂ ਹਰ ਹਾਲ ਤੁਹਾਡਾ ਕੰਮ ਬਣ ਜਾਏਗਾ, ਰੱਬ ਉੱਤੇ ਭਰੋਸਾ ਰੱਖੋ। ਖੈਰ ਇਸ ਵਾਰ ਸੱਚਮੁੱਚ ਮੇਰਾ ਨਾਮ ਕੀ ਪੰਚਿੰਗ ਆਪਰੇਟਰ ਦੇ ਟੈਸਟ ਲਈ ਦਰਿਆਗੰਜ ਇੰਪਲਾਇਮੈਂਟ ਤੋਂ ਸਾਡੇ ਦਫ਼ਤਰ ਆ ਗਿਆ ਸੀ। ਧਨੀ ਰਾਮ ਵੀਰ ਬੇਹੱਦ ਖੁਸ਼ ਸੀ। ਉਹਨੂੰ ਯਕੀਨ ਸੀ ਕਿ ਮੇਰੀਆਂ ਇੰਨੀਆਂ ਤੰਗੀਆਂ ਤੁਰਸ਼ੀਆਂ ਦੇ ਦਿਨ ਹੁਣ ਛੇਤੀ ਬਦਲਣ ਵਾਲੇ ਹੈ, ਕਿਉਂਕਿ ਸਾਡੇ ਦਫ਼ਤਰ ਅੰਨ੍ਹੇਵਾਹ ਕੀ ਪੰਚ ਆਪਰੇਟਰ ਭਰਤੀ ਕੀਤੇ ਜਾ ਰਹੇ ਸੀ ਅਤੇ IBM ਦੀਆਂ ਮਸ਼ੀਨਾਂ ਧੜਾ ਧੜ ਅਮਰੀਕਾ ਤੋਂ ਮੰਗਵਾਈਆਂ ਜਾ ਰਹੀਆਂ ਸੀ।
ਕੰਪਿਊਟਰ ਵੀ ਲੱਗ ਚੁੱਕਿਆ ਸੀ। ਜਦੋਂ ਸ਼ਾਇਦ ਸਰਦਾਰ ਸਵਰਨ ਸਿੰਘ ਸਾਡੇ ਵਿਦੇਸ਼ ਮੰਤਰੀ ਸੀ, ਉਹਨਾਂ ਦੀ ਦੇਖ-ਰੇਖ ਵਿੱਚ ਹੀ ਇਹ ਸਾਡਾ ਸਭ ਕੰਮ ਹੋ ਰਿਹਾ ਸੀ। ਉਨ੍ਹੀਂ ਦਿਨੀਂ ਦਿੱਲੀ 'ਚ ਸਿਰਫ 2 ਹੀ ਥਾਵਾਂ ਉੱਤੇ ਕੰਪਿਊਟਰ ਸੀ, ਇੱਕ ISRI 'ਚ ਤੇ ਦੂਜਾ ਦਿੱਲੀ ਯੂਨੀਵਰਸਿਟੀ 'ਚ। ਉਸ ਵੇਲੇ ਸਾਡੇ ਦਫ਼ਤਰ ਪੰਚਿੰਗ ਦਾ ਇੰਨਾ ਕੰਮ ਸੀ ਕਿ ਪੁੱਛੋ ਹੀ ਨਾ। ਸੋ ਧਨੀ ਰਾਮ ਜੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਮੇਰੀ ਕਾਲ ਦੇਖ ਕੇ। RK ਪੁਰਮ ਦੇ ਇੱਕ ਦਫ਼ਤਰ 'ਚ ਸਾਡਾ ਪੰਚਿੰਗ ਦਾ ਟੈਸਟ ਹੋਣਾ ਨਿਸ਼ਚਿਤ ਹੋਇਆ। ਜੋ ਕੈਂਡੀਡੇਟ ਟੈਸਟ 'ਚੋਂ ਪਾਸ ਹੋ ਜਾਣੇ ਸਨ, ਸਿਰਫ ਉਹਨਾਂ ਦੀ ਇੰਟਰਵਿਊ ਹੋਣੀ ਸੀ, ਬਾਕੀ ਫੇਲ ਕੈਂਡੀਡੇਟਸ ਪਹਿਲੇ ਦੌਰ 'ਚ ਹੀ ਆਊਟ ਹੋ ਜਾਣੇ ਸਨ। ਟੈਸਟ ਦੀ ਚਿੱਠੀ ਦੇਖ ਕੇ ਮੈਂ ਤਾਂ ਕੰਬ ਜਿਹੀ ਗਈ। ਪੂਰੇ ਸਾਲ ਭਰ ਤੋਂ ਮੇਰੀ ਪੰਚਿੰਗ ਦੀ ਕੋਈ ਪ੍ਰੈਕਟਿਸ ਨਹੀਂ ਸੀ। ਮੈਂ ਕਿਵੇਂ ਟੈਸਟ ਪਾਸ ਕਰੂੰਗੀ? ਵੈਸੇ ਵੀ ਮੈਂ ਅੰਦਰੋਂ ਬਹੁਤ ਟੁੱਟ ਚੁੱਕੀ ਸੀ। ਟੈਸਟ ਤੋਂ ਬਹੁਤ ਘਬਰਾ ਗਈ। ਧਨੀ ਰਾਮ ਵੀਰ ਜੀ ਨੇ ਮੈਨੂੰ ਭਰੋਸਾ ਦਿਵਾਇਆ ਕਿ ਤੁਸੀਂ ਟੈਸਟ ਵਿੱਚੋਂ ਹਰ ਹਾਲ ਪਾਸ ਹੋ ਜਾਓਗੇ, ਕਿਉਂਕਿ ਮੈਂ ਐਡਮਿਨਿਸਟ੍ਰੇਸ਼ਨ 'ਚ ਕੰਮ ਕਰਦੇ ਇੱਕ ਅਸਿਸਟੈਂਟ ਮਿਸਟਰ ਵਰਮਾ ਨੂੰ ਤੁਹਾਡੇ ਬਾਰੇ ਕਹਿ ਦਿੱਤਾ। ਉਹ ਜਿਵੇਂ ਮਰਜ਼ੀ ਕਰੇ ਤੁਹਾਨੂੰ ਹਰ ਹਾਲ ਟੈਸਟ 'ਚੋਂ ਪਾਸ ਕਰਵਾਏਗਾ ਅਤੇ ਇੰਟਰਵਿਊ ਵੇਲੇ ਕੋਈ ਮੁਸ਼ਕਿਲ ਨਹੀਂ ਹੋਏਗੀ। ਟੈਸਟ ਵਾਲੇ ਦਿਨ ਮੈਂ ਖੁਦ RK ਪੁਰਮ ਤੁਹਾਡੇ ਨਾਲ ਚੱਲਾਂਗਾ। ਧਨੀ ਰਾਮ ਜੀ ਨੇ ਮੈਨੂੰ ਟੈਸਟ ਤੋਂ ਪਹਿਲੇ ਦਿਨ ਮਿਸਟਰ ਵਰਮਾ ਨਾਲ ਵੀ ਮਿਲਾ ਦਿੱਤਾ ਅਤੇ ਮਸ਼ੀਨਾਂ ਵੀ ਦਿਖਾ ਦਿੱਤੀਆਂ ਜਿਨ੍ਹਾਂ 'ਤੇ ਟੈਸਟ ਹੋਣਾ ਸੀ। ਸੋ ਮੈਨੂੰ ਕਾਫੀ ਭਰੋਸਾ ਹੋ ਗਿਆ ਕਿ ਮੈਂ ਟੈਸਟ 'ਚੋਂ ਪਾਸ ਹੋ ਜਾਵਾਂਗੀ। ਦੂਜੇ ਦਿਨ ਜਦੋਂ ਮੈਂ RK ਪੁਰਮ ਦੇ ਦਫ਼ਤਰ ਟੈਸਟ ਦੇਣ ਲਈ ਪਹੁੰਚੀ ਤਾਂ ਉੱਥੇ ਬਹੁਤ ਭੀੜ ਭੜੱਕਾ ਸੀ। ਟੈਸਟ ਦੇਣ ਵਾਲੇ ਕੈਂਡੀਡੇਟ ਸੀ 100 ਤੋਂ ਵੱਧ ਸਨ। ਬਾਕੀ ਸਾਰੇ ਉਹ ਲੋਕ ਜੋ ਕੈਂਡੀਡੇਟਸ ਦੇ ਭੈਣ ਭਾਈ, ਮਾਂ ਬਾਪ ਆਦਿ ਉਹਨਾਂ ਦੇ ਨਾਲ ਆਏ ਹੋਏ ਸਨ, ਜਿਨ੍ਹਾਂ ਵਿੱਚੋਂ ਕਈ ਐਡਮਿਨਿਸਟ੍ਰੇਸ਼ਨ ਵਾਲਿਆਂ ਨੂੰ ਜਾਣਦੇ ਪੁੱਛਦੇ ਸਨ। ਇੰਨਾ ਭੀੜ ਭੜੱਕਾ ਜਿਵੇਂ ਯੂਨੀਵਰਸਿਟੀ ਦੇ ਪੇਪਰ ਹੋ ਰਹੇ ਹੋਣ। ਚਾਰੋਂ ਤਰਫ ਬਹੁਤ ਚਹਿਲ ਪਹਿਲ ਦਿਖਾਈ ਦੇ ਰਹੀ ਸੀ, ਪਰ ਮੈਂ ਇਹਨਾਂ ਸਭਨਾਂ 'ਚ ਬੜੀ ਉਧਰੀ ਫਿਰ ਰਹੀ ਸੀ, ਕਿਉਂਕਿ ਮੈਨੂੰ ਧਨੀ ਰਾਮ ਵੀਰ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਿਹਾ, ਜਿਹਦਾ ਮੈਨੂੰ ਰੱਬ ਵਰਗਾ ਆਸਰਾ ਸੀ। ਅਖੀਰ ਇੱਕ ਫਾਈਲ ਜੀ ਕੱਚ ਲਈ ਖੜਾ ਮਿਸਟਰ ਵਰਮਾ ਮੈਨੂੰ ਨਜ਼ਰ ਆਇਆ, ਜਿਸ ਨਾਲ ਮੈਨੂੰ ਕੱਲ੍ਹ ਧਨੀ ਰਾਮ ਜੀ ਨੇ ਮਿਲਾਇਆ ਸੀ। ਭਾਵੇਂ ਹੈ ਤਾਂ ਇੱਕ ਅਸਿਸਟੈਂਟ ਹੀ ਸੀ, ਪਰ ਇਹਦੇ ਹੱਥ 'ਚ ਬੜਾ ਕੁਝ ਸੀ। ਜਿਹਨੂੰ ਚਾਹੇ ਟੈਸਟ 'ਚੋਂ ਫਸਟ ਲਿਆ ਸਕਦਾ ਸੀ, ਜਿਹਨੂੰ ਚਾਹੇ ਸੈਕਿੰਡ, ਜਿਹਨੂੰ ਚਾਹੇ ਤਾਂ ਟੈਸਟ ਵਿੱਚ ਉਹਦਾ ਪੱਤਾ ਹੀ ਸਾਫ਼ ਕਰਾਉਣ ਦੇ ਦਾਅ ਪੇਚ ਉਹ ਚੰਗੀ ਤਰ੍ਹਾਂ ਜਾਣਦਾ ਸੀ। ਮੈਂ ਮਿਸਟਰ ਵਰਮਾ ਨੂੰ ਦੇਖ ਕੇ ਉਸ ਕੋਲ ਭੱਜੀ ਗਈ ਅਤੇ ਉਹਨੂੰ ਧਨੀ ਰਾਮ ਜੀ ਬਾਰੇ ਪੁੱਛਿਆ। ਉਹਨੇ ਕਿਹਾ, ਮੈਨੂੰ ਪਤਾ ਨਹੀਂ ਕਿਉਂ ਨਹੀਂ ਆਇਆ। ਫਿਰ ਹੁਣ ਕੀ ਬਣੂ? ਮੈਂ ਉਹਨੂੰ ਪੁੱਛਿਆ। ਬਣਨਾ ਕੀ ਹੈ? ਜੋ ਤੁਸੀਂ ਚਾਹੋਗੇ ਉਹੀ ਬਣ ਜਾਊ। ਫਸਟ ਆਉਣਾ ਜਾਂ ਸੈਕਿੰਡ, ਇਹ ਮੈਨੂੰ ਦੱਸੋ। ਉਹਦੀ ਗੱਲ ਉੱਤੇ ਮੈਨੂੰ ਬੜੀ ਹੈਰਾਨੀ ਹੋਈ। ਮੈਂ ਉਹਦੀ ਗੱਲ ਨੂੰ ਅਣਸੁਣੀ ਜੀ ਕਰਕੇ ਫਿਰ ਧਨੀ ਰਾਮ ਵੀਰ ਨੂੰ ਢੂੰਡਣ ਲੱਗੀ, ਪਰ ਉਹਨੇ ਦੁਬਾਰਾ ਹਿੰਦੀ ਬੋਲਦਿਆਂ ਮੈਨੂੰ ਸਾਫ਼ ਸ਼ਬਦਾਂ 'ਚ ਕਿਹਾ, ਮੈਡਮ तुम्हें नौकरी चाहिए ना, तुम्हें धनी राम से क्या लेना है? हाँ, बहुत ज़रूरी चाहिए है मैनू ये नौकरी। अच्छा फिर मेरी बात सुनो इधर अकेले में आके। क्या? टेस्ट में मैं तुम्हें पहले नंबर पर ला सकता हूँ, लेकिन तुम्हें मेरी एक शर्त माननी पड़ेगी। क्या शर्त? मानोगी ना? हाँ। मैं बिना सोचे समझे कह दी। तो ठीक है, बात कानो कान किसी को पता नहीं चलनी चाहिए। मैं तुम्हारे कार्ड बदल के दूसरे सारे ठीक पंच किए हुए कार्ड रख दूंगा। तुम आखिरी कार्ड पर अपने दस्तखत करके मुझे दे देना, फिर देखना आपका नाम पास कैंडिडेट की लिस्ट में पहले नंबर पर आएगा। मैं ਉਹਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ ਅਤੇ ਮੇਰਾ ਚਿਹਰਾ ਖੁਸ਼ੀ 'ਚ ਖਿੜ ਗਿਆ, ਪਰ ਉਹਦੇ ਨਾਲ ਹੀ 2 ਹੋਰ ਗੱਲਾਂ ਮੇਰੇ ਕੰਨਾਂ 'ਚ ਐਸੀਆਂ ਕਹੀਆਂ ਜਿਨ੍ਹਾਂ ਨੂੰ ਸੁਣਦਿਆਂ ਸਾਰ ਮੇਰੇ ਅੰਦਰ ਕੌੜਾ ਜ਼ਹਿਰ ਭਰ ਗਿਆ ਅਤੇ ਮੈਂ ਕਿਸੇ ਫੈਸਲੇ ਉੱਤੇ ਨਾ ਪਹੁੰਚ ਸਕੀ ਕਿ ਦੋਹਾਂ 'ਚੋਂ ਕਿਹੜੀ ਗੱਲ ਨੂੰ ਹਾਂ ਕਰਾਂ। ਉਹਨੇ ਟੈਸਟ ਪਾਸ ਕਰਾਉਣ ਲਈ 2 ਸ਼ਰਤਾਂ ਮੇਰੇ ਸਾਹਮਣੇ ਰੱਖ ਦਿੱਤੀਆਂ। ਪਹਿਲੀ ਸ਼ਰਤ ਇਹ ਸੀ ਕਿ 2 ਦਿਨਾਂ ਦੇ ਅੰਦਰ ਉਹਨੂੰ 2000 ਰੁਪਇਆ ਜਿੱਥੋਂ ਮਰਜ਼ੀ ਲਿਆ ਕੇ ਦੇਵਾਂ। ਜੇ ਇਹ ਸ਼ਰਤ ਕਬੂਲ ਨਹੀਂ ਤਾਂ ਟੈਸਟ ਪਾਸ ਕਰਨ ਤੋਂ ਪਿੱਛੋਂ ਅਤੇ ਇੰਟਰਵਿਊ ਦੇਣ ਤੋਂ ਪਹਿਲਾਂ ਇਸਤਰੀ ਜਾਮੇ ਦਾ ਸਰਾਪ ਉਹਦੇ ਨਾਲ ਭੋਗਾਂ। ਦੋਹਾਂ ਸ਼ਰਤਾਂ ਨੂੰ ਸੁਣ ਕੇ ਮੇਰੀ ਖਾਨਿਓਂ ਗਈ। ਮੇਰੀ ਜਾਨ ਮਿੰਟਾਂ 'ਚ ਕੁੜਿੱਕੀ 'ਚ ਆ ਗਈ। ਜੇਕਰ ਦੋਹਾਂ 'ਚੋਂ ਇੱਕ ਵੀ ਗੱਲ ਹੁਣੇ ਨਹੀਂ ਮੰਨਦੀ ਤਾਂ ਉਹ ਮੈਨੂੰ ਟੈਸਟ ਵਿੱਚੋਂ ਹੀ ਫੇਲ ਕਰ ਦੇਵੇਗਾ। ਮੈਂ ਉਹਨੂੰ ਕਿਹਾ, ਮੈਨੂੰ ਸੋਚ ਲੈਣ ਦਿਓ। ਵਿੱਚੋਂ ਮੈਂ ਧਨੀ ਰਾਮ ਵੀਰ ਜੀ ਦੀ ਹੋਰ ਉਡੀਕ ਕਰਨੀ ਚਾਹੁੰਦੀ ਸੀ। ਜੇਕਰ ਉਹ ਆ ਜਾਏ ਤਾਂ ਮੇਰੀ ਔਖੀ ਘੜੀ ਆਪੇ ਟਲ ਜਾਏਗੀ ਅਤੇ ਉਹਨੂੰ ਮੈਂ ਵਰਮਾ ਦੀ ਇਸ ਬੇਹੂਦਗੀ ਦੀ ਸਾਰੀ ਗੱਲ ਦੱਸ ਦੇਣਾ ਚਾਹੁੰਦੀ ਸੀ। ਹੁਣ 10 ਵੱਜਣ 'ਚ ਕੁੱਲ 10 ਮਿੰਟ ਬਾਕੀ ਰਹਿ ਗਏ ਸੀ, ਪਰ ਧਨੀ ਰਾਮ ਵੀਰ ਮੈਨੂੰ ਕਿਧਰੇ ਵੀ ਨਜ਼ਰ ਨਾ ਆਇਆ। ਉਧਰ ਮਿਸਟਰ ਵਰਮਾ ਮੈਨੂੰ ਖਚਰੀਆਂ ਨਜ਼ਰਾਂ ਨਾਲ ਦੇਖਦਾ ਦੋਹਾਂ ਵਿੱਚੋਂ ਇੱਕ ਸ਼ਰਤ ਮੰਨਣ ਲਈ ਮਜਬੂਰ ਕਰ ਰਿਹਾ ਸੀ, 2000 ਰੁਪਇਆ ਜਾਂ। ਅੰਤ ਜਦੋਂ ਸਾਰੇ ਕੈਂਡੀਡੇਟਸ ਆਪਣੀਆਂ ਸੀਟਾਂ ਉੱਪਰ ਬੈਠ ਗਏ ਅਤੇ ਧਨੀ ਰਾਮ ਜੀ ਨਾ ਹੀ ਆਏ ਤਾਂ ਮੈਂ ਵੀ ਉਦਾਸ ਜਿਹਾ ਚਿਹਰਾ ਲੈ ਕੇ ਆਪਣਾ ਰੋਲ ਨੰਬਰ ਲੱਭ ਕੇ ਚੁੱਪਚਾਪ ਆਪਣੀ ਸੀਟ ਉੱਤੇ ਜਾ ਬੈਠੀ। ਦੇਖੀ ਜਾਊ ਜੋ ਹੋਊ, ਮੈਂ ਸੋਚਿਆ।
ਠੀਕ ਟੈਸਟ ਸ਼ੁਰੂ ਹੋਣ ਵੇਲੇ ਮਸ਼ੀਨ ਨੂੰ ਠੀਕ ਕਰਨ ਦੇ ਬਹਾਨੇ ਮਿਸਟਰ ਵਰਮਾ ਮੇਰੇ ਕੰਨਾਂ ਕੋਲ ਆ ਕੇ ਹੌਲੀ ਜਿਹੀ ਬੋਲਿਆ, ਕਿਉਂ, ਕਿਆ ਸੋਚਾ ਫਿਰ, ਫਸਟ ਆਣਾ ਹੈ ਜਾਂ ਫੇਲ ਹੋਣਾ ਹੈ? मैं बेबसी जी च क्या, मिस्टर वर्मा प्लीज़। तो फिर कौन सी शर्त मंजूर है? उन्हें मशीन च फसिया कार्ड बाहर नूं खिचदियां फिर पुछया, 2000। मेरी पेपड़ी बने बुल्लां चों किरदे बोल कंबदियां ਉਹਦੇ ਕੰਨਾਂ तक पहुँच गए सन। देखो, तुम मुझे धोखा नहीं दे सकती, याद रखना। ਉਹਨੇ ਧਮਕੀ ਭਰੇ ਬੋਲ ਸੁਣਦਿਆਂ ਸਾਰ ਜਿਵੇਂ ਮੇਰਾ ਕਲੇਜਾ ਵਲੂੰਦਰਿਆ ਗਿਆ। ਦੂਜੇ ਦਿਨ ਪਾਸ ਕੈਂਡੀਡੇਟਸ ਦੀ ਲਿਸਟ ਵਿੱਚ ਮੇਰਾ ਨਾਂ ਦੂਜੇ ਨੰਬਰ ਉੱਤੇ ਸੀ, ਪਰ ਮੈਂ ਅੱਜ ਸ਼ਾਮ ਤੱਕ ਉਹਨੂੰ 2000 ਰੁਪਏ ਹਰ ਹਾਲਤ ਦੇਣੇ ਸਨ, ਨਹੀਂ ਤਾਂ ਮੇਰਾ ਬਹੁਤ ਚਿੱਤ ਕਰੇ ਮੈਂ ਇਹ ਗੱਲ ਕਿਵੇਂ ਨਾ ਕਿਵੇਂ ਜਾ ਕੇ ਧਨੀਰਾਮ ਵੀਰ ਨਾਲ ਸਾਂਝੀ ਕਰਾਂ, ਪਰ ਉਹ ਤੇ ਅੱਜ ਵੀ ਦਫ਼ਤਰ ਨਹੀਂ ਸੀ ਆਇਆ। ਮੈਂ ਪੁੱਛ-ਗਿੱਛ ਕਰਕੇ ਉਹਦੇ ਘਰ ਪਹੁੰਚੀ। ਘਰ ਜਾ ਕੇ ਦੇਖਿਆ ਉਹਨੂੰ 5 ਪੱਟ ਤਾਪ ਚੜਿਆ ਹੋਇਆ ਸੀ। ਉਹਦੇ ਘਰ ਦੇ ਸਾਰੇ ਜੀਅ ਘਬਰਾਏ ਹੋਏ ਸਨ। ਇਹ ਸਭ ਦੇਖ ਮੈਂ ਉਹਨਾਂ ਨਾਲ ਸਿਰਫ ਇੰਨੀ ਗੱਲ ਕਰ ਸਕੀ ਕਿ ਮੈਂ ਟੈਸਟ 'ਚੋਂ ਪਾਸ ਹੋ ਗਈ ਹਾਂ। ਇਹ ਖਬਰ ਸੁਣਦਿਆਂ ਸਾਰ ਧਨੀਰਾਮ ਦੇ ਚਿਹਰੇ 'ਤੇ ਖੁਸ਼ੀ ਦੀ ਇੱਕ ਲਹਿਰ ਜਿਹੀ ਦੌੜ ਗਈ ਅਤੇ ਉਹ ਮੈਨੂੰ ਦੱਸਣ ਲੱਗੇ ਕਿ ਮੈਂ ਬੁਖਾਰ ਤੇਜ਼ ਹੋਣ ਕਾਰਨ ਕੱਲ੍ਹ ਆਰ.ਕੇ. ਪੁਰਮ ਨਹੀਂ ਪਹੁੰਚ ਸਕਿਆ। ਪਰ ਵੀਰ ਜੀ ਕਰਦੇ ਦੇ ਮੇਰੇ ਹੋਂਠ ਫਰਕੇ ਜ਼ਰੂਰ, ਅੱਗੋਂ ਮੈਂ ਚੁੱਪ ਹੀ ਕਰਕੇ ਰਹਿ ਗਈ। ਉਹਦੀ ਬੀਵੀ ਹੁਣ ਮੇਰੇ ਲਈ ਚਾਹ ਬਣਾ ਕੇ ਲਿਆਈ ਸੀ। ਸਾਰਾ ਟੱਬਰ ਕਮਰੇ 'ਚ ਮੇਰੇ ਕੋਲ ਆ ਬੈਠਾ ਸੀ। ਮੈਂ ਕੁਝ ਚਿਰ ਉਹਨਾਂ ਦੇ ਕੋਲ ਕੁਰਸੀ ਉੱਤੇ ਖਾਮੋਸ਼ ਬੈਠੀ ਰਹੀ। ਹੁਣ ਨਾ ਮੈਂ ਕੁਝ ਬੋਲ ਰਹੀ ਸੀ, ਨਾ ਉਹੀ ਅੱਖਾਂ ਖੋਲ੍ਹ ਰਹੇ ਸਨ, ਜਿਵੇਂ ਬੁਖਾਰ ਦੀ ਘੂਕੀ 'ਚ ਪਏ ਹੋਣ। ਕਮਰੇ 'ਚ ਇੱਕ ਉਦਾਸੀ ਜਿਹੀ ਚੁੱਪ ਭਰ ਗਈ। ਫਿਰ ਅਚਾਨਕ ਸਾਨੂੰ ਉਹਨਾਂ ਦੇ ਘੁਰਾੜਿਆਂ ਦੀ ਆਵਾਜ਼ ਸੁਣਾਈ ਦੇਣ ਲੱਗ ਪਈ। ਮਸਾਂ ਅੱਖ ਲੱਗੀ ਹੈ, ਕੱਲ੍ਹ ਦੇ ਬਹੁਤ ਪਰੇਸ਼ਾਨ ਸਨ। ਬੁਖਾਰ 104 ਤੋਂ ਹੇਠਾਂ ਆਇਆ ਹੀ ਨਹੀਂ। ਇਹ ਧਨੀਰਾਮ ਜੀ ਦੀ ਬੀਵੀ ਕੁਸ਼ਲਿਆ ਦੇ ਬੋਲ ਸਨ। ਮੈਂ ਉਹਦੀ ਇਹ ਗੱਲ ਸੁਣ ਕੇ ਜੀ ਭਿਆਣੀ ਜੀ ਕੁਰਸੀ ਤੋਂ ਉੱਠ ਖੜੀ ਹੋਈ। ਅੱਛਾ, ਮੈਂ ਹੁਣ ਚੱਲਦੀ ਹਾਂ, ਕੱਲ੍ਹ ਫੇਰ ਆਵਾਂਗੀ ਵੀਰ ਜੀ ਦਾ ਪਤਾ ਲੈਣ। ਅੱਛਾ। ਦਫ਼ਤਰ ਅਜੇ ਖੁੱਲ੍ਹਾ ਹੀ ਸੀ। ਧਨੀਰਾਮ ਵੀਰ ਜੀ ਨੂੰ ਕੁਆਟਰ ਕੇਅਰ ਟੇਕਰ ਹੋਣ ਕਰਕੇ ਦਫ਼ਤਰ ਦੇ ਕੰਪਲੈਕਸ ਵਿੱਚ ਹੀ ਮਿਲਿਆ ਹੋਇਆ ਸੀ। ਮੈਂ ਹੁਣ ਕੀ ਕਰਾਂ, ਕਿੱਥੋਂ ਦੇਵਾਂ ਮਿਸਟਰ ਵਰਮਾ ਨੂੰ 2000 ਰੁਪਏ ਲਿਆ ਕੇ? ਉਸ ਨਾਲ ਅੱਜ ਸ਼ਾਮ ਦਾ ਵਾਅਦਾ ਸੀ, ਨਹੀਂ ਤਾਂ ਉਹਨੇ ਮੇਰੇ ਘਰ ਆ ਕੇ ਮੈਥੋਂ ਪੈਸੇ ਮੰਗਣੇ ਸੀ, ਮੇਰੀ ਸੱਸ ਦੇ ਸਾਹਮਣੇ। ਉਸ ਵੇਲੇ ਮੇਰੇ ਦਿਮਾਗ 'ਚ ਮੇਰਾ ਐਸਾ ਕੋਈ ਮਿੱਤਰ ਜਾਂ ਸਖਾ ਨਾ ਆਇਆ ਜਿੱਥੋਂ ਮੈਂ ਸੌਖੀ ਘੜੀ ਇਹ ਰਕਮ ਉਧਾਰੀ ਮੰਗ ਲੈਂਦੀ। ਸੋਨੇ ਦੇ ਕੜੇ ਮੇਰੇ ਪਹਿਲਾਂ ਹੀ ਗਹਿਣੇ ਪੈ ਚੁੱਕੇ ਸੀ। ਮੇਰੀ ਜਾਨ ਕੜਕੀ 'ਚ ਆਈ ਸੀ। ਕਰਾਂ ਤਾਂ ਕੀ ਕਰਾਂ? ਮੇਰੇ ਮਨ 'ਚ ਕਈ ਚੰਗੇ ਮਾੜੇ ਖਿਆਲ ਆਉਣ ਲੱਗੇ। ਜੇ ਭਲਾ ਮੈਂ ਮੁੱਕਰ ਜਾਵਾਂ ਤਾਂ ਕੀ ਕਰ ਲੂ ਵਰਮਾ ਮੇਰਾ? ਪਰ ਅਜੇ ਤਾਂ ਇੰਟਰਵਿਊ ਹੋਣੀ ਸੀ, ਮਈ ਦੀ 5 ਤਰੀਕ ਨੂੰ। ਉਹ ਤਾਂ ਮੈਨੂੰ ਜਾਣ-ਬੁੱਝ ਕੇ ਰਿਜੈਕਟ ਕਰਾ ਦੇਗਾ। ਬਣਿਆ ਬਣਾਇਆ ਸਾਰਾ ਕੰਮ ਵਿਗਾੜ ਸਕਦਾ ਹੈ। 2-4 ਦਿਨ ਮੇਰੇ ਕੋਲ ਹੁੰਦੇ ਤਾਂ ਮੈਂ ਕੋਈ ਚਾਰਾ ਵੀ ਕਰਦੀ। ਹੁਣ ਭਲਾ ਮੈਂ ਤਲੀ ਉੱਤੇ ਸਰੋਂ ਕਿਵੇਂ ਜਮਾਵਾਂ? ਪੈਸੇ ਤਾਂ ਸ਼ਾਮ ਤੱਕ ਦੇਣੇ ਹੀ ਸਨ। ਆਖਰ ਮੈਂ ਚਿੱਤ ਵਿੱਚ ਵਿਚਾਰ ਕੀਤੀ ਕਿ ਅਜੇ ਤਾਂ ਇੰਟਰਵਿਊ 'ਚ 2 ਦਿਨ ਬਾਕੀ ਹਨ। ਸ਼ਾਇਦ ਕਿੱਧਰੋਂ ਉਧਾਰ ਇਹ ਰਕਮ ਮਿਲ ਹੀ ਜਾਏ, ਜਾਂ ਫਿਰ ਧਨੀਰਾਮ ਵੀਰ ਹੀ ਤੰਦਰੁਸਤ ਹੋ ਜਾਏ ਅਤੇ ਮੈਂ ਉਸ ਨਾਲ ਗੱਲ ਸਾਂਝੀ ਕਰਕੇ ਇਸ ਬਿਪਤਾ ਤੋਂ ਸੁਰਖਰੂ ਹੋ ਸਕਾਂ। ਨਾਲੇ ਵਰਮਾ ਕਿਹੜਾ ਜ਼ਰੂਰੀ ਅੱਜ ਹੀ ਮੇਰੇ ਘਰ ਆਉਣ ਲੱਗਿਆ। ਮੈਂ ਇਹਨਾਂ ਦਲੀਲਾਂ 'ਚ ਘਿਰੀ ਪਤਾ ਨਹੀਂ ਕਿਵੇਂ ਤੁਰਦੀ ਦਫ਼ਤਰ ਜਾਣ ਦੀ ਬਜਾਏ ਆਪਣੀ ਝੌਂਪੜੀ ਵੱਲ ਮੁੜ ਆਈ ਸੀ। ਮਈ ਮਹੀਨੇ ਦੀਆਂ ਤਿੱਖੀਆਂ ਚਿਣਗਾਂ ਜਿਹੀਆਂ ਮਾਰਦੀ ਧੁੱਪ ਵਿੱਚੋਂ ਆ ਕੇ ਮੈਂ ਮਸਾਂ ਅਜੇ ਪਾਣੀ ਦੀ ਘੁੱਟ ਪੀ ਕੇ ਮਾਂ ਜੀ ਦਾ ਹਾਲ ਚਾਲ ਹੀ ਪੁੱਛਿਆ ਸੀ ਕਿ ਵਰਮਾ ਉੱਧਰੋਂ ਸਿੱਧਾ ਮੇਰੇ ਘਰ ਆ ਧਮਕਿਆ। ਆਓ ਵਰਮਾ ਜੀ ਬੈਠੋ। ਮੈਂ ਬੜੇ ਉਖੜੇ ਜਿਹੇ ਬੋਲਾਂ ਨਾਲ ਉਹਨੂੰ ਮੰਜੇ 'ਤੇ ਬੈਠਣ ਲਈ ਕਿਹਾ। ਮਾਂ ਜੀ, ਇਹ ਵਰਮਾ ਜੀ ਹਨ, ਉਸੇ ਦਫ਼ਤਰ 'ਚ ਕੰਮ ਕਰਦੇ ਨੇ ਜਿੱਥੇ ਮੈਂ ਕੱਲ੍ਹ ਟੈਸਟ ਦੇਣ ਗਈ ਸੀ। ਮੈਂ ਵਰਮਾ ਨਾਲ ਬਿਟ ਤੱਕਦੀ ਨੇ ਮਾਂ ਜੀ ਨੂੰ ਕੰਬਦੀ ਜਿਹੀ ਆਵਾਜ਼ 'ਚ ਵਰਮਾ ਬਾਰੇ ਦੱਸਿਆ। ਵਰਮਾ ਹੁਣ ਚੁੱਪਚਾਪ ਆਪਣੀਆਂ ਪੀਲੀਆਂ ਨਸ਼ੇ ਮਾਰੀਆਂ ਅੱਖਾਂ ਨਾਲ ਇੱਕੋ ਟੱਕ ਮੇਰੇ ਵੱਲ ਤੱਕ ਰਿਹਾ ਸੀ। ਉਹ ਸ਼ਰਾਬ ਵੀ ਬੜੀ ਪੀਂਦਾ ਸੀ, ਇਹ ਗੱਲ ਦਫ਼ਤਰ 'ਚ ਸਭ ਨੂੰ ਪਤਾ ਸੀ। ਉਹਦਾ ਚਿੱਬ ਖੜਿੱਬਾ ਚਿਹਰਾ ਤੇ ਅੱਖਾਂ ਦੇ ਕੋਲ ਨੂੰ ਉੱਗੇ ਵੱਡੇ ਵਾਲ, ਜਿਵੇਂ ਮੇਰੇ ਕੋਲੋਂ ਉਸ ਵੱਲ ਤੱਕਿਆ ਵੀ ਨਹੀਂ ਸੀ ਜਾ ਰਿਹਾ। ਉਹਦੀ ਸਾਰੀ ਦਿੱਖ ਮੈਨੂੰ ਇੰਨੀ ਕੁਰਖਤ ਜਿਹੀ ਜਾਪ ਰਹੀ ਸੀ ਕਿ ਮੈਂ ਬਿੰਦ ਭਰ ਲਈ ਵੀ ਉਹਨੂੰ ਆਪਣੇ ਕੋਲ ਬੈਠਾ ਬਰਦਾਸ਼ਤ ਨਹੀਂ ਸੀ ਕਰ ਸਕਦੀ। ਪਰ ਉਹਦੀਆਂ ਨਜ਼ਰਾਂ 'ਚ ਤੈਰਦਾ ਸਵਾਲ ਮੈਨੂੰ ਉਸ ਪ੍ਰਤੀ ਸਤਿਕਾਰ ਨਾਲ ਦੇਖਣ ਲਈ ਮਜਬੂਰ ਕਰ ਰਿਹਾ ਸੀ। ਖੈਰ, ਮੈਂ ਉਹਨੂੰ ਨਾ ਚਾਹੁੰਦਿਆਂ ਵੀ ਸਟੋਵ ਬਾਲ ਕੇ ਚਾਹ ਬਣਾ ਦਿੱਤੀ ਅਤੇ ਫਿਰ ਮਾਂ ਜੀ ਤੋਂ ਓਹਲੇ ਜਿਹੇ ਹੁੰਦੀ ਨੇ ਉਹਦੇ ਸਾਹਮਣੇ ਹੱਥ ਜੋੜੇ ਅਤੇ ਕਿਹਾ, ਮਿਸਟਰ ਵਰਮਾ, ਮੈਂ ਬਚਨ ਦੀ ਬੱਧੀ ਨੇ ਤਾਂ ਤੁਹਾਨੂੰ 2000 ਰੁਪਏ ਜ਼ਰੂਰ ਦੇਣੇ ਹੈ, ਪਰ ਅੱਜ ਨਹੀਂ ਦੇ ਸਕਦੀ। ਤੁਸੀਂ ਮੈਨੂੰ ਥੋੜ੍ਹਾ ਵਕਤ ਹੋਰ ਦਿਓ। ਮੇਰੇ ਘਰ ਦਾ ਹਾਲ ਤਾਂ ਤੁਸੀਂ ਦੇਖ ਹੀ ਰਹੇ ਹੋ। कितना वक्त चाहती हो? 1 दिन और देता हूँ, लेकिन याद रखो 5 तरीक को इंटरव्यू है, फिर मुझे कुछ ना कहना। ਉਹਦੀ ਇਹ ਧਮਕੀ ਸੁਣ ਕੇ ਮੈਂ ਧੁਰ ਅੰਦਰੋਂ ਕੰਬ ਗਈ। ਮੇਰੀ ਮਾਂ ਜੀ ਵੀ ਜਿਵੇਂ ਮੇਰੇ ਚਿਹਰੇ ਉੱਤੋਂ ਹੁਣ ਮੇਰੀ ਚਿੰਤਾ ਨੂੰ ਅੱਖਰ ਪੜ੍ਹ ਰਹੀ ਸੀ।
ਮੈਂ ਦੱਬੇ ਜੇ ਬੋਲਾਂ ਨਾਲ ਮਿਸਟਰ ਵਰਮਾ ਤੋਂ ਮਾਫ਼ੀ ਮੰਗੀ ਤੇ ਹੱਥ ਜੋੜ ਕੇ ਉਹਨੂੰ ਕਿਹਾ ਕਿ ਹੁਣ ਤੁਸੀਂ ਜਾਓ, ਮੈਂ ਕੱਲ੍ਹ ਤੱਕ ਜ਼ਰੂਰ ਕੋਈ ਇੰਤਜ਼ਾਮ ਕਰਾਂਗੀ। ਉਹਦੇ ਜਾਂਦਿਆਂ ਹੀ ਮੈਨੂੰ ਖਿਆਲ ਆਇਆ ਕਿ ਮੈਂ ਬ੍ਰਾਈਟਵੇਜ਼ ਵਾਲਿਆਂ ਕੋਲੋਂ ਕਿਉਂ ਨਾ ਇਹ ਰਕਮ ਉਧਾਰੀ ਫੜ ਲਵਾਂ, ਪਰ ਮੈਂ ਹੁਣ ਉਹਨਾਂ ਦੇ ਸਾਹਮਣੇ ਜਾਵਾਂ ਵੀ ਤਾਂ ਕਿਵੇਂ? ਚੱਲ ਨਾ ਸਹੀ, ਬ੍ਰਾਈਟਵੇਜ਼ ਦਾ ਮੈਨੇਜਰ ਤਾਂ ਹੁਣ ਮੈਨੂੰ ਆਪਣੀ ਭੈਣ ਮੰਨਦਾ, ਉਹ ਜ਼ਰੂਰ ਮੇਰੀ ਮਦਦ ਕਰੇਗਾ। ਸੋ ਮੈਂ ਦੁਕਾਨ ਬੰਦ ਹੋਣ ਪਿੱਛੋਂ ਉਹਨੂੰ ਜਾ ਕੇ ਮਿਲੀ ਤੇ ਇਹ ਰਕਮ ਉਸ ਕੋਲੋਂ ਉਧਾਰੀ ਮੰਗੀ। ਉਹਨੇ ਸਾਰੀ ਗੱਲ ਸੁਣ ਕੇ ਮੈਨੂੰ ਕਿਹਾ, ਬਚਿੰਤ, ਮੈਂ ਕੱਲ੍ਹ ਨੂੰ ਤਾਂ ਨਹੀਂ ਕਰ ਸਕਦਾ 2000 ਦਾ ਪ੍ਰਬੰਧ, 2-3 ਦਿਨਾਂ ਤੱਕ ਜ਼ਰੂਰ ਦੇ ਸਕਦਾ। ਤੈਨੂੰ ਐਡੀ ਵੱਡੀ ਰਕਮ ਦੀ ਖੜੇ ਪੈਰ ਕੀ ਲੋੜ ਆ ਪਈ? ਬਸ ਵੀਰ ਜੀ, ਇਹੀ ਸਮਝ ਲਓ ਬਹੁਤ ਜ਼ਰੂਰੀ ਚਾਹੀਦੇ ਨੇ ਮੈਨੂੰ ਇਹ ਪੈਸੇ, ਹਰ ਹਾਲ ਕੱਲ੍ਹ ਤੱਕ ਹੀ। ਕੱਲ੍ਹ ਤੱਕ ਤਾਂ ਮੈਂ ਕਿਵੇਂ ਵੀ ਐਡੀ ਵੱਡੀ ਰਕਮ ਦਾ ਬੰਦੋਬਸਤ ਨਹੀਂ ਕਰ ਸਕਾਂਗਾ ਭੈਣੇ। ਮੈਂ ਬੁੱਸਿਆ ਜਿਹਾ ਮੂੰਹ ਲੈ ਕੇ ਘਰ ਮੁੜ ਆਈ। ਦੂਜਾ ਦਿਨ ਚੜ੍ਹਿਆ ਤੇ ਮਈ ਦੀ 4 ਤਰੀਕ ਸੀ ਤੇ ਕੱਲ੍ਹ 5 ਤਰੀਕ ਨੂੰ ਮੇਰੀ ਇੰਟਰਵਿਊ ਹੋਣੀ ਸੀ। ਮੈਂ ਦਿਨ ਚੜ੍ਹਦੇ ਸਾਰ ਭੱਜੀ ਧਨੀ ਰਾਮ ਵੀਰ ਦੇ ਕੁਆਟਰ ਗਈ। ਸ਼ਾਇਦ ਉਹ ਠੀਕ ਹੋ ਗਿਆ ਹੋਵੇ ਤੇ ਮੈਂ ਉਹਨੂੰ ਸਾਰੀ ਗੱਲ ਦੱਸਾਂ, ਪਰ ਜਦੋਂ ਮੈਂ ਉਹਦੇ ਘਰ ਪਹੁੰਚੀ, ਉਹਦੇ ਦੁਆਲੇ ਤਾਂ ਦਫ਼ਤਰ ਦੇ ਲੋਕਾਂ ਦੀ ਭੀੜ ਜੁੜੀ ਹੋਈ ਸੀ ਤੇ ਵਰਮਾ ਵੀ ਉੱਥੇ ਉਹਦੀ ਰਾਜ਼ੀ ਖੁਸ਼ੀ ਪੁੱਛਣ ਲਈ ਆਇਆ ਹੋਇਆ ਸੀ। ਧਨੀ ਰਾਮ ਵੀਰ ਜੀ ਅੱਜ ਕੱਲ੍ਹ ਨਾਲੋਂ ਠੀਕ ਨਜ਼ਰ ਆ ਰਹੇ ਸਨ। ਮੇਰੇ ਵੱਲ ਦੇਖ ਕੇ ਵਰਮਾ ਨੂੰ ਸੰਬੋਧਨ ਕਰਦੇ ਹੋਏ ਬੋਲੇ, ਵਰਮਾ ਜੀ, ਕੱਲ੍ਹ ਨੂੰ ਸ਼ਾਇਦ ਮੈਂ ਵੀ ਆ ਜਾਵਾਂ ਦਫ਼ਤਰ, ਪਰ ਤੁਸੀਂ ਡਾਕਟਰ ਪੀ ਸਿੰਘ ਤੇ ਮਿਸਟਰ ਰਲਨ ਸਾਹਿਬ ਨੂੰ ਜ਼ਰੂਰ ਕਹਿ ਦੇਣਾ ਬਚਿੰਤ ਦੇ ਬਾਰੇ 'ਚ, ਇਹ ਕੰਮ ਜ਼ਰੂਰ ਹੋਣਾ ਚਾਹੀਦਾ। वर्मा मेरे वाल देख के बोलिया, काम तो इनका हो ही जाएगा, बस ये लड्डू खिलाने की तैयारी करें अब तो। ਉਹਦੀ ਗੱਲ ਸੁਣ ਕੇ ਮੇਰੇ ਚਿਹਰੇ ਉੱਤੋਂ ਚਿੰਤਾ ਦੀ ਇੱਕ ਪਰਤ ਜੀ ਲੈ ਕੇ ਜਿਵੇਂ ਭੁੰਜੇ ਡਿੱਗ ਪਈ ਸੀ ਤੇ ਮੇਰੇ ਮਨ ਉੱਤੇ ਇੱਕ ਬਨੌਟੀ ਜੀ ਖੁਸ਼ੀ ਫੈਲ ਗਈ। ਅੱਛਾ ਬਚਿੰਤ, ਤੁਸੀਂ ਜਾਓ, ਹੁਣ ਕੱਲ੍ਹ ਦੀ ਇੰਟਰਵਿਊ ਦੀ ਤਿਆਰੀ ਕਰੋ, ਸਭ ਠੀਕ ਹੋਏਗਾ, ਘਬਰਾਉਣ ਵਾਲੀ ਐਤਕੀ ਕੋਈ ਗੱਲ ਨਹੀਂ, ਵਰਮਾ ਕਹਿ ਦੇਗਾ ਡਾਕਟਰ ਪੀ ਸਿੰਘ ਨੂੰ। ਵਰਮਾ ਡਾਕਟਰ ਪੀ ਸਿੰਘ ਨੂੰ ਕੀ ਕਹੇਗਾ? ਇਹ ਸੋਚ ਮੈਨੂੰ ਧੁਰ ਅੰਦਰੋਂ ਛਿੱਲ ਕੇ ਰੱਖ ਗਈ। ਮੈਂ ਸੋਚਾਂ ਹੀ ਸੋਚਾਂ 'ਚ ਡੁੱਬੀ, ਥੱਕ ਹਾਰ ਕੇ ਤੀਜੇ ਦਿਨ ਵੀ ਖਾਲੀ ਹੱਥ ਮੁੜ ਆਈ। ਦਿਨ ਦੇ ਅਜੇ 2 ਵਜੇ ਸਨ। ਵਰਮਾ ਛੁੱਟੀ ਹੁੰਦਿਆਂ ਸਾਰਾ ਧਮਕੇਗਾ, ਇਹੀ ਡਰ ਮੈਨੂੰ ਖਾਈ ਜਾ ਰਿਹਾ ਸੀ। ਅਧਰੰਗ ਨਾਲ ਮੰਜੇ ਨੂੰ ਲੱਗੀ ਮਾਂ ਦੇ ਮੂੰਹ 'ਚ ਦਾਲ 'ਚ ਭਿਉਂਤੀ ਰੋਟੀ ਦੀਆਂ ਬੁਰਕੀਆਂ ਪਾਉਂਦੀ ਮੈਂ ਪਤਾ ਨਹੀਂ ਕੀ ਸੋਚ ਰਹੀ ਸੀ ਕਿ ਮਾਂ ਜੀ ਨੇ ਮੈਨੂੰ ਮੇਰਾ ਹੱਥ ਫੜ ਕੇ ਅਸੀਸ ਦਿੰਦਿਆਂ ਕਿਹਾ, ਬਚਿੰਤ ਤੂੰ ਸੋਚ ਨਾ ਬਹੁਤਾ, ਤੈਨੂੰ ਨੌਕਰੀ ਜ਼ਰੂਰ ਮਿਲ ਜੂ ਪੁੱਤ ਐਤਕੀ। ਮਾਂ ਜੀ ਦੇ ਦਿਲੋਂ ਅਚਾਨਕ ਨਿਕਲੀ ਇਸ ਅਸੀਸ ਨੇ ਜਿਵੇਂ ਮੇਰੇ ਜਲੂੰ ਕਰਦੇ ਕਿਸੇ ਜ਼ਖਮ ਉੱਤੇ ਦੁੱਧ ਦਾ ਫੇਹਾ ਰੱਖ ਦਿੱਤਾ ਹੋਵੇ। ਮਾਂ ਜੀ ਦੀ ਦਿੱਤੀ ਇਸ ਅਸੀਸ ਨੇ ਮੈਨੂੰ ਵਿਸ਼ਵਾਸ ਬਣਾ ਦਿੱਤਾ ਕਿ ਐਤਕੀ ਸੱਚਮੁੱਚ ਮੈਨੂੰ ਇਹ ਨੌਕਰੀ ਮਿਲ ਹੀ ਜਾਏਗੀ। ਬਿੰਦ ਭਰ ਲਈ ਮੇਰੀ ਰੂਹ ਤੋਂ ਉਦਾਸੀ ਦੀ ਸਾਰੀ ਪੇਪੜੀ ਲੱਥ ਗਈ। ਮਾਂ ਜੀ ਦੀ ਅਸੀਸ ਨੇ ਜਿਵੇਂ ਮੇਰੇ ਦਿਲ 'ਚ ਕੁਝ ਚਿਰ ਲਈ ਤਾਂ ਖੇੜਾ ਭਰ ਦਿੱਤਾ ਸੀ, ਪਰ ਜਦੋਂ ਸਾਹਮਣੀ ਝੌਂਪੜੀ ਦਾ ਸਾਰਾ ਪਰਛਾਵਾਂ ਢਲ ਕੇ ਸਾਡੀ ਦੇਹਲੀ ਦੇ ਅੰਦਰ ਆ ਵੜਿਆ ਤਾਂ ਜਿਵੇਂ ਮੈਨੂੰ ਵਰਮੇ ਦੀ ਕੋਲ ਨੂੰ ਆਉਂਦੀ ਪੈੜ ਚਾਪ ਨੇ ਅਚਾਨਕ ਕੰਬਾ ਦਿੱਤਾ। ਇੱਕ ਦਹਿਸ਼ਤ ਮੇਰੇ ਚਾਰੋਂ ਤਰਫ ਫੈਲ ਗਈ। ਮੈਂ ਨਿਗਾਹ ਚੁੱਕ ਕੇ ਉੱਪਰ ਦੇਖਿਆ ਤਾਂ ਵਰਮਾ ਸੱਚਮੁੱਚ ਮੇਰੀ ਤੇ ਮਾਂ ਜੀ ਦੇ ਸਾਹਮਣੇ ਖੜਾ ਸੀ। ਉਹਨੂੰ ਦੇਖ ਮੇਰੇ ਪੈਰਾਂ ਦੀ ਮਿੱਟੀ ਖਿਸਕ ਗਈ। ਹੋ ਗਿਆ ਬੰਦੋਬਸਤ ਮੈਡਮ? ਨਹੀਂ ਵਰਮਾ ਜੀ। ਉਹਨੂੰ ਸਾਹਮਣੇ ਦੇਖ ਮੇਰੇ ਚਿਹਰੇ ਉੱਤੇ ਇੱਕ ਵਾਰ ਮੁਰਦਨੀ ਜੀ ਛਾ ਗਈ। ਫਿਰ ਕਿਆ ਕਹੂੰ ਡਾਕਟਰ ਪੀ ਸਿੰਘ ਕੋ ਔਰ ਰਲਨ ਸਾਹਿਬ ਕੋ? ਇਹਨਾਂ ਦੋਹਾਂ ਨੇ ਜ਼ਰੂਰ ਹੀ ਇੰਟਰਵਿਊ 'ਚ ਬੈਠਣਾ ਸੀ। ਵਰਮਾ ਦੇ ਸੁਆਹ ਰੰਗੇ ਬੁੱਲ੍ਹਾਂ 'ਚੋਂ ਡਿੱਗਦੇ ਬੋਲ ਤੇ ਉਹਦੀਆਂ ਅੱਖਾਂ ਦਾ ਖਚਰਾਪਨ ਮੈਥੋਂ ਜਿਵੇਂ ਸਹਾਰਿਆ ਨਹੀਂ ਜਾ ਰਿਹਾ ਸੀ। ਮੈਂ ਕੰਬਦੇ ਬੋਲਾਂ ਨਾਲ ਕਿਹਾ ਕਿ ਮੈਂ ਅੱਜ ਵੀ ਬਹੁਤ ਕੋਸ਼ਿਸ਼ ਕੀਤੀ ਵਰਮਾ जी, पर कोई गल नहीं बनी। मैं जानता था। आपका मतलब है मैं मुकर रही हूँ? और क्या, और कैसे मुकरना होता है? ये बात नहीं वर्मा जी, आप मेरी मजबूरी समझिए। ठीक है, मैं तो बस 2 टुक बात करता हूँ, अगर पैसे का इंतज़ाम नहीं होता तो तुम मेरी दूसरी शर्त मान लो। दूसरी शर्त? ਉਹਦੇ ਆਖਰੀ 2 ਬੋਲ ਮੇਰੇ ਦਿਲ 'ਚ ਤਿੱਖੀ ਕਟਾਰ ਦੀ ਤਰ੍ਹਾਂ ਚੁੱਭ ਗਏ ਤੇ ਮੈਂ ਜਿਵੇਂ ਬਿੰਦ ਲਈ ਬੇਗੁਨਾਹ ਅਹਿਲਿਆ ਵਾਂਗ ਪੱਥਰ ਦਾ ਬੁੱਤ ਬਣ ਕੇ ਰਹਿ ਗਈ ਹਾਂ। ਬੋਲੋ ਹਾਂ ਜਾਂ ਨਾ। ਮੇਰੇ ਸ਼ੀਸ਼ ਉੱਤੇ ਕਦੇ ਵਕਤ ਦੀ ਇੰਨੀ ਤਿੱਖੀ ਤਲਵਾਰ ਵੀ ਆ ਲਟਕੇਗੀ ਮੈਂ ਕਦੇ ਨਹੀਂ ਸੀ ਸੋਚਿਆ। ਵਰਮਾ ਮੂਲੋਂ ਹੀ ਸ਼ਰਮ ਹਿਆ ਲਾ ਬੈਠਾ ਸੀ। ਇਸਤਰੀ ਜਾਮੇ ਦਾ ਇਹ ਸਰਾਪ ਭੋਗਣਾ ਔਰਤ ਲਈ ਮਰ ਜਾਣ ਤੋਂ ਵੀ ਵੱਧ ਹੁੰਦਾ। ਮੈਂ ਉਹਦੇ ਸਾਹਮਣੇ ਬੇਬਸ ਬੇਸਹਾਰਾ ਲਾਚਾਰ ਜੀ ਖੜੀ ਸੀ। ਮੈਂ ਮਾਂ ਜੀ ਵੱਲ ਪਿੱਠ ਕਰਕੇ ਤੇ ਆਪਣੇ ਇਸ਼ਟ ਦੀ ਤਸਵੀਰ ਵੱਲ ਮੂੰਹ ਕਰਕੇ ਉਹਦੀ ਗੱਲ ਨੂੰ ਸੁਣ ਲਿਆ, ਪਰ ਝੱਟ ਮੇਰੇ ਉੱਤੇ ਜਿਵੇਂ ਕੋਈ ਬਿਜਲੀ ਟੁੱਟ ਪਈ ਹੋਵੇ। ਮੇਰੀ ਅੰਦਰਲੀ ਔਰਤ ਮੇਰੀ ਇਸ ਬੇਹੂਦਗੀ ਨੂੰ ਸੁਣ ਕੇ ਤਿਲ ਮਿਲਾ ਉੱਠੀ। ਇੱਕ ਵਾਰੀ ਤਾਂ ਉਹ ਪਾਣੀ 'ਚੋਂ ਬਾਹਰ ਕੱਢੀ ਮੱਛੀ ਵਾਂਗ ਸਿੱਧੀ ਪੁੱਠੀ ਤੇ ਪੁੱਠੀ ਸਿੱਧੀ ਹੁੰਦੀ ਧੁਰ ਅੰਦਰ ਤੱਕ ਤੜਫੀ,
ਪਰ ਫਿਰ ਜਿਵੇਂ ਉਸ ਨੂੰ ਕਿਸੇ ਨੇ ਹੌਲੀ ਜਿਹੀ ਹੱਥਾਂ ਦੇ ਪੋਟਿਆਂ ਨਾਲ ਬਚਾ ਕੇ ਚੁੱਕਦਿਆਂ ਮੁੜ ਪਾਣੀ 'ਚ ਰੋੜ ਦਿੱਤਾ ਸੀ। ਮੇਰੀ ਇਸ ਬੇਬਸੀ ਨੂੰ ਦੇਖ ਉਹਦੇ ਅੰਦਰ ਬੈਠੇ ਸ਼ੈਤਾਨ ਦਾ ਕੱਦ ਹੁਣ ਹੋਰ ਵੀ ਗਿੱਠ ਭਰ ਉੱਚਾ ਹੋ ਗਿਆ। ਪਰ ਮੇਰੇ ਇਸ ਹਾਲ ਉੱਤੇ ਮਾੜਾ ਜਿਹਾ ਤਰਸ ਭੋਰਦਿਆਂ ਉਹਨੇ ਆਪ ਹੀ ਮੈਨੂੰ ਕਿਹਾ, ਅੱਛਾ ਕੱਲ ਫਿਰ ਇੰਟਰਵਿਊ ਕੇ ਬਾਅਦ। ਦੂਜੇ ਦਿਨ ਜਦੋਂ ਮੈਂ 9 ਵਜੇ ਦੇ ਕਰੀਬ ਇੰਟਰਵਿਊ ਦੇਣ ਲਈ ਦਫ਼ਤਰ ਪਹੁੰਚੀ ਤਾਂ ਜਾਂਦਿਆਂ ਹੀ ਮੈਨੂੰ ਸਾਹਮਣੇ ਆਉਂਦਾ ਵਰਮਾ ਬਾਹਰ ਲਾਅਨ 'ਚ ਹੀ ਟੱਕਰ ਗਿਆ। ਉਸ ਨਾਲ ਨਜ਼ਰ ਮਿਲਾਉਂਦਿਆਂ ਹੀ ਮੈਂ ਦੇਖਿਆ ਕਿ ਉਹਦੇ ਅੰਦਰ ਛੁਪੇ ਸ਼ੈਤਾਨ ਦਾ ਪਰਛਾਵਾਂ ਜਿਵੇਂ ਵੱਧ ਕੇ ਸਿੰਬਲ ਰੁੱਖ ਜਿੰਨਾ ਲੰਬਾ ਹੋ ਗਿਆ ਸੀ। ਫਿਰ ਇੰਟਰਵਿਊ ਕੇ ਬਾਅਦ ਉਹਨੇ ਕੱਲ੍ਹ ਵਾਲਾ ਫਿਕਰਾ ਦੁਹਰਾਇਆ ਅਤੇ ਫਿਰ ਛੇਤੀ ਨਾਲ ਹੱਥ 'ਚ ਫੜੀ ਫਾਈਲ ਨੂੰ ਸੰਭਾਲਦਾ ਕਮੇਟੀ ਹਾਲ ਦੇ ਅੰਦਰ ਲੰਘ ਗਿਆ ਜਿੱਥੇ ਇੰਟਰਵਿਊ ਹੋਣੀ ਸੀ। ਇੱਕ ਤਾਂ ਇੰਟਰਵਿਊ ਦੇ ਡਰ ਨਾਲ ਮੈਂ ਪਹਿਲਾਂ ਹੀ ਘਬਰਾਈ ਪਈ ਸੀ, ਦੂਜਾ ਆਉਂਦਿਆਂ ਸਾਰੇ ਇਸ ਭੈੜੀ ਸ਼ਕਲ ਦੇ ਕਾਮੀ ਪੰਜਿਆਂ ਦੇ ਤਸੱਵਰ ਨੇ ਮੈਨੂੰ ਮੂਲੋਂ ਹੀ ਰੋਣ ਹਾਕੀ ਕਰ ਦਿੱਤਾ। ਥਾਂ ਦੀ ਥਾਂ ਖੜਿਆਂ ਮੇਰੀ ਰੂਹ ਨੂੰ ਜਿਵੇਂ ਕਿਸੇ ਖੂੰਖਾਰ ਦਿਓ ਨੇ ਆਪਣੇ ਪੰਜਿਆਂ 'ਚ ਜਕੜ ਲਿਆ ਸੀ। ਇੱਕ ਖੌਫਨਾਕ ਦ੍ਰਿਸ਼ ਮੇਰੀਆਂ ਅੱਖਾਂ ਦੇ ਸਾਹਮਣੇ ਮੱਲੋ ਮੱਲੀ ਆ ਵਿਛਿਆ। ਡਰ, ਭੈ ਤੇ ਇੱਕ ਨਾ ਸਹੀ ਜਾਣ ਵਾਲੀ ਬੇਬਸੀ ਜਿਵੇਂ ਯਕ ਲਖਤ ਮੇਰੇ ਰੋਮ ਰੋਮ ਨੂੰ ਕੰਡਿਆਲੀ ਤਾਰ ਦੀਆਂ ਤਿੱਖੀਆਂ ਸੂਲਾਂ ਨਾਲ ਵਿੰਨ੍ਹ ਸੁੱਟਿਆ। ਉਹ ਤਾਂ ਆਪਣਾ ਕੱਲ੍ਹ ਵਾਲਾ ਫਿਕਰਾ ਦੁਹਰਾ ਕੇ ਹੁਣ ਅੰਦਰ ਕਮੇਟੀ ਹਾਲ ਦੇ ਦਰਵਾਜ਼ੇ 'ਤੇ ਜਾ ਖੜੋਇਆ ਸੀ। ਪਰ ਮੈਂ ਕਈ ਹੋਰ ਉਮੀਦਵਾਰ ਕੈਂਡੀਡੇਟਸ ਵਿੱਚ ਘਿਰੀ ਆਪਣੀ ਅੱਖਾਂ 'ਚੋਂ ਪਰਲ ਪਰਲ ਡੁੱਲਦੇ ਹੰਝੂਆਂ ਨੂੰ ਬੋਚਦੀ ਡੌਰ ਭੌਰ ਜੀ ਹੋਈ ਜਿਵੇਂ ਆਪਣੀ ਸਾਰੀ ਸੁੱਧ ਬੁੱਧ ਗੁਆ ਬੈਠੀ। ਮੈਨੂੰ ਤਾਂ ਕੁਝ ਸਮਝ ਹੀ ਨਹੀਂ ਸੀ ਆ ਰਹੀ ਕਿ ਮੈਂ ਇਸ ਨੌਕਰੀ ਪਿੱਛੇ ਕਿੱਥੇ ਆ ਖਲੋਤੀ ਹਾਂ, ਕਿੰਨਾ ਵੱਡਾ ਅਨਰਥ ਕਰਨ ਲੱਗੀ ਹਾਂ ਆਪਣੇ ਆਪ ਨਾਲ। ਇੱਕ ਵਾਰੀ ਤਾਂ ਮੇਰਾ ਜੀਅ ਕੀਤਾ ਹੁਣੇ ਇੱਥੋਂ ਇਸੇ ਵੇਲੇ ਕਿਧਰੇ ਦੂਰ ਭੱਜ ਜਾਵਾਂ। ਇਹ ਕਿਹੋ ਜਿਹੀ ਨੌਕਰੀ ਹੈ ਜੋ ਸਾਰੀ ਉਮਰ ਮੈਨੂੰ ਮੇਰੇ ਇਸ ਅਧਰਮ ਦੇ ਸੰਤਾਪ ਨਾਲ ਪੋਟਾ ਪੋਟਾ ਵਿੰਨ੍ਹਦੀ ਰਹੂ। ਮੇਰੇ ਅੰਦਰਲੀ ਤ੍ਰੀਮਤ ਮੈਨੂੰ ਉਮਰ ਭਰ ਕਦੇ ਚੈਨ ਨਾਲ ਨਹੀਂ ਬੈਠਣ ਦੇਵੇਗੀ। ਮੇਰਾ ਇੱਥੋਂ ਹੁਣ ਭੱਜ ਜਾਣਾ ਠੀਕ ਰਹੇਗਾ, ਇਹੀ ਪੱਕਾ ਨਿਰਣਾ ਲੈਂਦੀ ਮੈਂ ਆਪਣੀ ਚੁੰਨੀ ਦੇ ਪੱਲੇ ਨਾਲ ਆਪਣੇ ਅੱਥਰੂ ਪੂੰਝਦੀ ਸਾਹਮਣੇ ਬਣੇ ਕਲੌਕ ਰੂਮ 'ਚ ਮੂੰਹ ਧੋਣ ਲਈ ਅੰਦਰ ਲੰਘ ਗਈ। ਕਲੌਕ ਰੂਮ ਦੇ ਅੰਦਰ ਪਹਿਲਾਂ ਹੀ ਮਿਸ ਵਿਨੋਦ ਸ਼ੀਸ਼ੇ ਅੱਗੇ ਖੜੀ ਆਪਣੇ ਵਾਲ ਸੁਆਰ ਰਹੀ ਸੀ। ਸ਼ੀਸ਼ੇ ਵਿੱਚੋਂ ਮੇਰੀਆਂ ਅੱਥਰੂ ਭਰੀਆਂ ਅੱਖਾਂ ਦੇਖ ਉਹ ਝੱਟ ਸ਼ੀਸ਼ੇ ਤੋਂ ਪਰਾਂ ਹੁੰਦੀ ਬੋਲੀ, ਕੀ ਹੋਇਆ ਬਚਿੰਤ? ਬਸ ਉਹਦਾ ਇੰਨਾ ਕਹਿਣਾ ਸੀ, ਮੇਰੀਆਂ ਭੁੱਬਾਂ ਨਿਕਲ ਗਈਆਂ ਤੇ ਮੈਂ ਫੁੱਟ ਫੁੱਟ ਕੇ ਰੋਣ ਲੱਗੀ। ਇਹ ਤੇਰਾ ਟੈਸਟ 'ਚ ਦੂਜਾ ਨੰਬਰ ਹੈ ਤੇ ਤੂੰ ਜ਼ਰੂਰ ਸਿਲੈਕਟ ਹੋ ਜਾਏਂਗੀ, ਰੋਣ ਦੀ ਕੀ ਗੱਲ ਹੈ? ਵਿਨੋਦ ਜੋ ਮੇਰੇ ਨਾਲ ਹੀ ਟੈਸਟ ਵਿੱਚੋਂ 6ਵੇਂ ਨੰਬਰ ਉੱਤੇ ਪਾਸ ਹੋਈ ਸੀ ਮੈਨੂੰ ਹੌਸਲਾ ਦੇਣ ਲੱਗੀ। ਚੱਲ ਜਲਦੀ ਬਾਹਰ, 10 ਵੱਜਣ ਲੱਗੇ ਨੇ, ਤੇਰਾ ਤਾਂ ਦੂਜਾ ਹੀ ਨੰਬਰ ਹੈ ਲਿਸਟ ਵਿੱਚ। ਮੈਂ ਅੱਖਾਂ ਰੁਮਾਲ ਨਾਲ ਪੂੰਝਦੀ ਦੋ ਚਿੱਤੀ ਜਿਹੀ 'ਚ ਫਸੀ ਵਿਨੋਦ ਨਾਲ ਕਲੌਕ ਰੂਮ ਤੋਂ ਬਾਹਰ ਆ ਗਈ। ਸਾਡੇ ਕਮੇਟੀ ਹਾਲ ਤੱਕ ਪਹੁੰਚਦੀਆਂ ਹੀ ਪਹਿਲੇ ਨੰਬਰ ਵਾਲੀ ਕੁੜੀ ਨੂੰ ਇੰਟਰਵਿਊ ਲਈ ਅੰਦਰ ਬੁਲਾ ਲਿਆ ਗਿਆ ਸੀ। ਹੁਣ ਅਗਲੀ ਵਾਰੀ ਮੇਰੀ ਸੀ। ਮੇਰੇ ਹੱਥ ਪੈਰ ਠੰਡੇ ਹੁੰਦੇ ਜਾ ਰਹੇ ਸੀ। ਇੰਟਰਵਿਊ ਵਿੱਚ ਕੀ ਕਹਿਣਾ, ਕਿਵੇਂ ਕਹਿਣਾ, ਇਹ ਸਭ ਤਾਂ ਮੇਰੇ ਮਨੋਂ ਮੂਲੋਂ ਹੀ ਵਿਸਰ ਗਿਆ ਸੀ। ਮੇਰੇ ਸਾਹਮਣੇ ਤਾਂ ਸਿਰਫ ਇੱਕ ਖੌਫਨਾਕ ਦ੍ਰਿਸ਼ ਸੀ ਜਿਹਦਾ ਭੈ, ਦੂਜੇ ਉਸ ਭੈ ਤੋਂ ਛੁਟਕਾਰਾ ਪਾਉਣ ਦੀ ਸੋਚ ਜਿਵੇਂ ਨਾਗ ਤੇ ਕਾਲੀ ਨਾਗਣ ਬਣ ਕੇ ਮੇਰੇ ਮੱਥੇ ਨੂੰ ਡੱਸ ਰਹੇ ਸਨ। ਮੇਰਾ ਇੱਕ ਪੈਰ ਕਿਧਰੇ ਦੂਰ ਡੂੰਘੇ ਖੂਹ ਵੱਲ ਤੇ ਦੂਜਾ ਅੰਦਰ ਕਮੇਟੀ ਹਾਲ ਵੱਲ ਮੁੜ ਰਿਹਾ ਸੀ। ਕਿੱਧਰ ਜਾਵਾਂ, ਕੀ ਕਰਾਂ? ਦੋਹਾਂ ਪਾਸਿਓਂ ਕੜਿੱਕੀ 'ਚ ਫਸੀ ਮੇਰੀ ਜਿੰਦ ਨੇ ਮਨ ਹੀ ਮਨ ਆਪਣੇ ਇਸ਼ਟ ਨੂੰ ਧਿਆਇਆ। ਇੱਕ ਠੰਡਾ ਸੀਤ ਹੌਕਾ ਅਚਾਨਕ ਹੀ ਕਿਤੋਂ ਧੁਰ ਅੰਦਰੋਂ ਨਿਕਲ ਕੇ ਮੇਰੇ ਲੂੰ ਲੂੰ ਨੂੰ ਕੰਬਾ ਗਿਆ ਤੇ ਬਿਨਾਂ ਕਿਸੇ ਵੀ ਨਿਰਣੇ 'ਤੇ ਪਹੁੰਚਿਆ ਮੈਂ ਉੱਥੋਂ ਉੱਠ ਖੜੀ ਹੋਈ। ਅਚਾਨਕ ਸਾਹਮਣੇ ਉਹ ਧਨੀ ਰਾਮ ਵੀਰ ਮੈਨੂੰ ਮੇਰੇ ਵੱਲ ਹੀ ਆਉਂਦਾ ਨਜ਼ਰ ਆਇਆ। ਉਹਨੂੰ ਦੇਖ ਠੰਡੀ ਹਵਾ ਦਾ ਇੱਕ ਸੁਗੰਧ ਭਰਿਆ ਬੁੱਲਾ ਮੇਰੇ ਰੁਕਦੇ ਜਾਂਦੇ ਸਾਹਾਂ 'ਚ ਭਰ ਗਿਆ। ਵਿਸ਼ ਯੂ ਆਲ ਦ ਬੈਸਟ, ਬੇਫਿਕਰ ਹੋ ਕੇ ਜਾਓ ਇੰਟਰਵਿਊ ਦੇਣ, ਡਰਨ ਵਾਲੀ ਕੋਈ ਗੱਲ ਨਹੀਂ। ਨਾਲੇ ਤੁਹਾਨੂੰ ਕਾਹਦਾ ਡਰ, ਉਹੀ ਪਿਛਲੇ ਸਾਲ ਵਾਲਾ ਬੋਰਡ ਹੈ ਇੰਟਰਵਿਊ 'ਚ। ਸਾਰਿਆਂ ਨੂੰ ਯਾਦ ਹੈ ਕਿ ਤੁਹਾਡਾ ਨਾਮ ਪਿਛਲੇ ਸਾਲ ਵੀ ਪਹਿਲੇ 5 ਕੈਂਡੀਡੇਟਸ ਵਿੱਚ ਸੀ। ਵੱਧ ਤੋਂ ਵੱਧ ਸਹੀ ਕਾਰਡ ਪੰਚ ਕੀਤੇ ਸੀ ਤੇ ਇੰਟਰਵਿਊ ਵਿੱਚ ਵੀ ਬਹੁਤ ਨੰਬਰ ਸਨ ਤੁਹਾਡੇ ਉਦੋਂ। ਆਉਂਦਿਆਂ ਹੀ ਉਹਨਾਂ ਨੇ ਮੇਰੀ ਕਾਮਯਾਬੀ ਲਈ ਮੈਨੂੰ ਅਸੀਸ ਦਿੱਤੀ। ਇੰਨੇ 'ਚ ਮੇਰੀ ਵਾਰੀ ਆ ਗਈ। ਪਹਿਲੀ ਲੜਕੀ ਹੱਸਦੀ ਹੱਸਦੀ ਬਾਹਰ ਆਈ ਸੀ। ਮੇਰੇ ਕੋਲ ਉਹ ਤੋਂ ਕੁਝ ਪੁੱਛਣ ਦਾ ਸਮਾਂ ਹੀ ਨਹੀਂ ਸੀ। ਅੰਦਰ ਗਈ ਤਾਂ ਮਿਸਟਰ ਰਲਨ ਸਾਹਿਬ ਨੇ ਜਾਂਦਿਆਂ ਹੀ ਮੈਨੂੰ ਪੁੱਛਿਆ, आपका तो पिछले साल ही सिलेक्शन हो गया था? हाँ सर। बाकी सारी गल तो डीपी सिंह ने आप ही बोर्ड के बाकी मैंबरां नूं दस दित्ती क्योंकि डॉक्टर पी सिंह पिछले साल भी इंटरव्यू बोर्ड 'ਚ SC शेड्यूल कास्ट वालों बैठे सन। 2 होर नवे बंदे बाहरों भी इंटरव्यू विच आए हुए सन। उन्हां दोहां ने मैनूं एक सवाल 5 कार्डां बारे पुछया जिन्हां दा उत्तर बहुत आसान सी ते सही उत्तर दे के बड़ी तसल्ली नाल बाहर आ गई। ਧਨੀ ਰਾਮ ਵੀਰ ਅਜੇ ਕਮੇਟੀ ਹਾਲ ਦੇ ਬੂਹੇ ਦੇ ਬਾਹਰ ਹੀ ਸੀ। ਮੇਰੀ ਇੰਟਰਵਿਊ ਬਾਰੇ ਜਾਣਨ ਲਈ ਮੇਰੀ ਉਡੀਕ 'ਚ ਖੜਾ ਸੀ।
ਮੈਂ ਖੁਸ਼ੀ-ਖੁਸ਼ੀ ਸਾਰੀ ਇੰਟਰਵਿਊ ਬਾਰੇ ਉਹਨਾਂ ਨੂੰ ਦੱਸ ਦਿੱਤਾ। ਉਹਨਾਂ ਨੂੰ ਤਾਂ ਪਹਿਲਾਂ ਹੀ 100% ਭਰੋਸਾ ਸੀ ਕਿ ਮੇਰੀ ਇੰਟਰਵਿਊ ਬਹੁਤ ਅੱਛੀ ਹੋਏਗੀ। ਉਹਦੇ ਦਿੱਤੇ ਹੌਸਲੇ ਨਾਲ ਹੀ ਤਾਂ ਮੈਂ ਅੰਦਰ ਜਾ ਕੇ ਸਹੀ ਉੱਤਰ ਦੇ ਸਕੀ ਸੀ। ਅਜੇ ਅਸੀਂ ਦੋਵੇਂ, ਮੈਂ ਤੇ ਧਨੀ ਰਾਮ ਵੀਰ, ਬਰਾਂਡੇ 'ਚ ਖੜ੍ਹੇ ਗੱਲਾਂ ਹੀ ਕਰ ਰਹੇ ਸੀ ਕਿ ਤੀਜੇ ਕੈਂਡੀਡੇਟ ਨੂੰ ਅੰਦਰ ਭੇਜਣ ਪਿੱਛੋਂ ਵਰਮਾ ਸਾਡੇ ਕੋਲ ਆ ਗਿਆ। ਉਹਨੂੰ ਦੇਖ ਮੇਰਾ ਸਾਰਾ ਆਪਾ ਬਿੰਦ 'ਚ ਮੁਰਝਾ ਗਿਆ। ਵਰਮਾ ਜੀ, ਇੰਟਰਵਿਊ ਤਾਂ ਬਹੁਤ ਅੱਛੀ ਹੋ ਗਈ ਬਚਿੰਤ ਦੀ। ਧਨੀ ਰਾਮ ਵੀਰ ਹੁਣ ਮਿਸਟਰ ਵਰਮਾ ਨਾਲ ਗੱਲ ਕਰ ਰਿਹਾ ਸੀ। हाँ, इनका काम तो हर हाल करवाना ही था, बस आज ही लड्डू खिलाने हैं इन्होंने हमें। ਲੱਡੂ ਜਿੰਨੇ ਮਰਜ਼ੀ ਵਰਮਾ ਜੀ, ਪਹਿਲਾਂ ਸਾਰੀ ਇੰਟਰਵਿਊ ਤਾਂ ਖਤਮ ਹੋ ਲਏ ਤੇ ਚੇਅਰਮੈਨ ਦੇ ਪੈਨਲ ਤੇ ਦਸਤਖਤ ਤਾਂ ਹੋ ਜਾਣ ਦਿਓ। ਅਸਲ 'ਚ ਵਰਮਾ ਜਿਨ੍ਹਾਂ ਲੱਡੂਆਂ ਦੀ ਗੱਲ ਕਰ ਰਿਹਾ ਸੀ ਉਹ ਬੂੰਦੀ ਦੇ ਲੱਡੂ ਨਹੀਂ ਸਨ। ਉਹ ਤਾਂ ਗੱਲ ਵਿੱਚੋਂ ਮੇਰੇ ਨਾਲ ਕਰ ਰਿਹਾ ਸੀ ਤੇ ਵੀਰ ਧਨੀ ਰਾਮ ਉਹਦੇ ਖੱਚਰੇਪਣ ਨੂੰ ਸਮਝ ਨਹੀਂ ਸੀ ਰਿਹਾ। ਜਿਉਂ ਹੀ ਤੀਜੀ ਕੁੜੀ ਇੰਟਰਵਿਊ ਦੇ ਕੇ ਬਾਹਰ ਆਈ, ਵਰਮਾ ਆਪਣੀ ਫਾਈਲ 'ਚੋਂ ਚੌਥੇ ਕੈਂਡੀਡੇਟ ਦਾ ਨਾਂ ਢੂੰਡਣ ਲੱਗਿਆ। ਮੈਂ ਤੇ ਧਨੀ ਰਾਮ ਵੀਰ ਕੈਂਟੀਨ 'ਚ ਜਾ ਬੈਠੇ, ਪਰ ਚਾਹ ਦੀ ਘੁੱਟ ਅਜੇ ਵੀ ਮੇਰੇ ਸੰਘੋਂ ਹੇਠਾਂ ਨਹੀਂ ਸੀ ਉਤਰ ਰਹੀ। ਵਰਮੇ ਨੂੰ ਦੇਖ ਮੈਨੂੰ ਫੇਰ ਘਬਰਾਹਟ ਹੋਣ ਲੱਗ ਪਈ ਸੀ। ਬਚਿੰਤ, ਤੁਸੀਂ ਚਾਹ ਪੀਓ ਆਰਾਮ ਨਾਲ, ਤੁਹਾਡੀ ਸਿਲੈਕਸ਼ਨ ਪੱਕੀ ਹੈ। ਨਾਲੇ ਤੁਹਾਡੀ ਤਾਂ ਇੰਟਰਵਿਊ ਬਹੁਤ ਚੰਗੀ ਹੋਈ ਹੈ। ਫਿਰ ਤੁਹਾਡੀ ਪਿਛਲੀ ਸਿਲੈਕਸ਼ਨ ਬਾਰੇ ਵੀ ਬੋਰਡ ਦੇ 2 ਬੰਦੇ ਚੰਗੀ ਤਰ੍ਹਾਂ ਜਾਣਦੇ ਸੀ। ਤੁਹਾਨੂੰ ਹੁਣ ਕਾਹਦਾ ਫਿਕਰ ਹੈ? ਉਹਦੀ ਗੱਲ ਅਜੇ ਪੂਰੀ ਨਹੀਂ ਸੀ ਹੋਈ ਕਿ ਮੇਰੇ ਗਲੇਡੂ ਭਰ ਆਏ। ਹੱਥ 'ਚ ਫੜੇ ਚਾਹ ਦੇ ਕੱਪ 'ਚੋਂ ਮੈਂ ਘੁੱਟ ਭਰੀ ਤੇ ਗਲੇ ਚੱਟ ਕੇ ਅੱਥਰੂਆਂ ਸਮੇਤ ਬੜੀ ਮੁਸ਼ਕਿਲ ਨਾਲ ਸੰਘੋਂ ਹੇਠਾਂ ਉਤਾਰੇ। ਗੱਲ ਕੀ ਹੈ ਬਚਿੰਤ ਜੀ, ਤੁਸੀਂ ਰੋ ਕਿਉਂ ਰਹੇ ਹੋ? ਕੈਂਟੀਨ 'ਚ ਬੈਠੇ ਲੋਕਾਂ ਦੀਆਂ ਕਹਿਰੀਆਂ ਨਜ਼ਰਾਂ ਨੂੰ ਭਾਂਪਦਾ ਧਨੀ ਰਾਮ ਵੀਰ ਉੱਥੋਂ ਬਿਨਾਂ ਚਾਹ ਪੀਤਿਆਂ ਉੱਠ ਖੜਾ ਹੋਇਆ। ਚਲੋ ਘਰ ਚੱਲਦੇ ਹਾਂ। ਤੇ ਮੈਂ ਉਹਦੇ ਨਾਲ ਉਹਨਾਂ ਦੇ ਘਰ ਚਲੀ ਗਈ। ਉਹਦੀ ਬੀਵੀ ਨੇ ਬੜੇ ਮੋਹ ਨਾਲ ਚਾਹ ਬਣਾਈ ਤੇ ਮੈਥੋਂ ਦੋਵਾਂ ਜੀਆਂ ਨੇ ਸਾਰੀ ਗੱਲ ਪੁੱਛੀ। ਮੈਂ ਕੰਬਦੇ ਬੋਲਾਂ ਨਾਲ ਧਨੀ ਰਾਮ ਵੀਰ ਜੀ ਤੇ ਉਹਦੀ ਬੀਵੀ ਕੁਸ਼ਲਿਆ ਨੂੰ, ਜੋ ਹੁਣ ਮੈਨੂੰ ਮੇਰੀਆਂ ਸਕੀਆਂ ਭਾਬੀਆਂ ਨਾਲੋਂ ਵੀ ਵੱਧ ਸੀ, ਸਿਰਫ ਇੰਨੀ ਗੱਲ ਦੱਸੀ ਕਿ ਵਰਮੇ ਨੂੰ ਅੱਜ ਹੀ ਇੰਟਰਵਿਊ ਖਤਮ ਹੁੰਦਿਆਂ ਸਾਰ 2000 ਰੁਪਏ ਦੇਣੇ ਹਨ। ਨਹੀਂ ਤਾਂ ਕੀ? ਵੀਰ ਧਨੀ ਰਾਮ ਗੁੱਸੇ ਨਾਲ ਭਰ ਗਿਆ। ਅੱਗੋਂ ਮੈਂ ਕੁਝ ਬੋਲ ਨਾ ਸਕੀ। 2000 ਰੁਪਏ? ਸਾਲਾ ਬਦਮਾਸ਼, ਮੈਂ ਦੱਸਦਾ ਉਹਨੂੰ ਜਾ ਕੇ, ਸਾਲਾ ਕਮੀਨਾ। ਕੁਸ਼ਲਿਆ ਦੀਆਂ ਅੱਖਾਂ ਵਿੱਚ ਵੀ ਵਰਮੇ ਲਈ ਇੱਕਦਮ ਅੰਤਾਂ ਦੀ ਨਫ਼ਰਤ ਉੱਭਰ ਆਈ ਸੀ। ਉਹ ਅੱਗ ਬਬੂਲਾ ਹੁੰਦੀ ਬੋਲੀ, ਇਸ ਕਮੀਨੇ ਨੂੰ ਤਾਂ ਆਪਦੇ ਵੀਰ ਜੀ ਨੇ ਡਾਕਟਰ ਸੇਠ ਨੂੰ ਕਹਿ ਕੇ ਨੌਕਰੀ ਲਗਵਾਇਆ ਸੀ। ਮੈਂ ਹੁਣੇ ਡਾਕਟਰ ਸੇਠ ਦੀ ਬੀਵੀ ਕੋਲੇ ਦੀ ਇਹ ਸਾਰੀ ਕਰਤੂਤ ਜਾ ਕੇ ਦੱਸਦੀ ਹਾਂ। ਜੀ, ਤੁਸੀਂ ਵੀ ਚੱਲੋ ਮੇਰੇ ਨਾਲ ਡਾਕਟਰ ਸਾਹਿਬ ਦੇ ਘਰ। ਕੁਸ਼ਲਿਆ ਭਾਬੀ ਗੁੱਸੇ ਨਾਲ ਮੂੰਹ ਭਰ ਗਈ ਸੀ। ਨਹੀਂ ਕੁਸ਼ਲਿਆ, ਮੈਂ ਡਾਕਟਰ ਸਾਹਿਬ ਦੀ ਕੋਠੀ ਨਹੀਂ ਜਾਵਾਂਗਾ। ਮੈਂ ਹੁਣੇ ਇਸੇ ਵੇਲੇ ਉਹਦੀ ਸਾਰੇ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਜਾ ਕੇ ਜਹੀ ਤਹੀ ਫੇਰਦਾ। ਜੇ ਉਹਨੇ ਮੇਰੇ ਸਾਹਮਣੇ ਬਚਿੰਤ ਤੋਂ ਮਾफ़ੀ ਨਾ ਮੰਗੀ ਤਾਂ ਉਹ ਵੀ ਕੀ ਜਾਣੇਗਾ ਮੈਨੂੰ। ਤੇ ਫਿਰ ਉਸੇ ਦਿਨ ਮਿਸਟਰ ਵਰਮਾ ਨੇ ਮੈਥੋਂ ਭਾਬੀ ਕੁਸ਼ਲਿਆ ਤੇ ਵੀਰ ਧਨੀ ਰਾਮ ਦੇ ਸਾਹਮਣੇ ਹੱਥ ਜੋੜਦਿਆਂ ਗਿੜਗਿੜਾ ਕੇ ਮਾਫ਼ੀ ਮੰਗ ਲਈ ਸੀ। ਧੰਨਵਾਦ।